ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੀ ਉਸਤਤ ਵਿੱਚ ਭੱਟ ਸਹਿਬਾਨ ਵੱਲੋਂ ਜੋ ਸਵਈਏ ਦੇ ਰੂਪ ਵਿੱਚ ਬਾਣੀ ਦਾ ਉਚਾਰਨ ਹੋਇਆ, ਅੱਜ ਦੇ ਅੰਮ੍ਰਿਤਮਈ ਪਾਵਨ ਬਚਨ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤੇ। ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੀ ਉਸਤਤ ਵਿੱਚ ਭੱਟ ਸਹਿਬਾਨ ਜੋ ਇਹ ਪਾਵਨ ਬਚਨ ਉਚਾਰਨ ਕਰ ਰਹੇ ਹਨ, ਅੱਜ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨੂੰ ਸਮਝਣ ਵਾਸਤੇ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਤੀਜੇ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਬਾਰਿਜ ਕਰ ਦਾਹਣੈ ਸਿੱਧ ਸਨਮੁਖ ਮੁਖ ਜੋਵੈ। ਰਿਦ ਬਸੈ ਬਾਵਾਂਗ ਜੋ ਤੀਨ ਲੋਕਾਂਤਰ ਮੋਹੈ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਸਵਈਏ ਮਹੱਲੇ ਤੀਜੇ ਕੇ ਜੋ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਗੁਰੂ ਸਾਹਿਬ ਜੀ ਦੀ ਉਸਤਤ ਕਰਦਿਆਂ ਹੋਇਆਂ ਇਹ ਸਵਈਏ ਰੂਪ ਵਿੱਚ ਭੱਟ ਸਹਿਬਾਨ ਨੇ ਅੰਮ੍ਰਿਤਮਈ ਬਾਣੀ ਦਾ ਉਚਾਰਨ ਕੀਤਾ, ਜਿਸ ਵਿੱਚੋਂ ਅੱਜ ਜੋ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1394 ਦੇ ਉੱਪਰ ਸੁਭਾਈਮਾਨ ਹੈ। ਭੱਟ ਕੱਲ ਜੀ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੀ ਉਸਤਤ ਕਰਦਿਆਂ ਹੋਇਆਂ ਜੋ ਉਹਨਾਂ ਨੇ ਮਹਿਸੂਸ ਕੀਤਾ ਕਿ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡਾ ਜੀਵਨ ਕੈਸਾ ਹੈ, ਕਿੰਨੀਆਂ ਕੁ ਬਖਸ਼ਿਸ਼ਾਂ ਰਹਿਮਤਾਂ ਦੇ ਨਾਲ ਭਰਿਆ ਹੋਇਆ ਤੁਹਾਡਾ ਜੀਵਨ ਹੈ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਸਮਝਿਆ, ਉਹ ਭੱਟ ਗੁਰੂ ਸਾਹਿਬ ਜੀ ਦੀ ਉਸਤਤ ਕਰਦੇ ਨੇ, ਕਿਉਂਕਿ ਜਿੰਨਾ ਚਿਰ ਅਸੀਂ ਸਤਿਗੁਰੂ ਦੀ ਗੁਰੂ ਦੀ ਅਵਸਥਾ ਨੂੰ ਸਮਝਾਂਗੇ ਨਹੀਂ, ਉਨਾ ਚਿਰ ਐਸੇ ਗੁਰ ਕੋ ਬਲ ਬਲ ਜਾਈਏ ਇਹ ਅਵਸਥਾ ਸਾਡੇ ਅੰਦਰ ਬਣ ਨਹੀਂ ਸਕਦੀ। ਅਸੀਂ ਬਲਹਾਰੇ ਤਾਂ ਹੀ ਜਾਵਾਂਗੇ ਜਾਂ ਨਮਸਕਾਰ ਗੁਰਦੇਵ ਕੋ, ਅਸੀਂ ਸਤਿਗੁਰੂ ਨੂੰ ਨਮਸਕਾਰ ਤਾਂ ਹੀ ਕਰ ਸਕਾਂਗੇ ਜੇ ਸਾਨੂੰ ਗੁਰੂ ਦੀ ਸੋਝੀ, ਗੁਰੂ ਦਾ ਗਿਆਨ ਹੋਏਗਾ, ਜੇ ਸਾਨੂੰ ਸਤਿਗੁਰੂ ਦੀ ਸਮਝ ਹੋਏਗੀ। ਭੱਟ ਸਾਹਿਬਾਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸਮਝ ਆ ਗਈ, ਸੋਝੀ ਹੋ ਗਈ ਕਿ ਕੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਘਰ।
ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਕੈਸਾ ਸੀ ਉਹ ਆਪਾਂ ਸਵਈਏ ਮਹੱਲੇ ਪਹਿਲੇ ਕੇ ਦੇ ਵਿੱਚ ਸਰਵਣ ਕੀਤਾ। ਗੁਰੂ ਅੰਗਦ ਦੇਵ ਮਹਾਰਾਜ ਜੀ ਤੁਹਾਡਾ ਜੀਵਨ ਕੈਸਾ ਹੈ ਉਹ ਸਵਈਏ ਮਹੱਲੇ ਦੂਜੇ ਕੇ ਵਿੱਚ ਸਰਵਣ ਕੀਤਾ। ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡਾ ਜੀਵਨ ਕੈਸਾ ਹੈ ਉਹ ਆਪਾਂ ਲੜੀਵਾਰ ਵਿਚਾਰ ਵਿੱਚ ਸਰਵਣ ਕਰ ਰਹੇ ਹਾਂ। ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਲੀਨ ਹੋ ਕੇ ਆਪਣਾ ਆਪ ਤੁਸੀਂ ਸਮਰਪਣ ਕਰਕੇ ਜੋ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ ਉਹ ਤੁਹਾਡੇ ਜੀਵਨ ਦੇ ਵਿੱਚੋਂ ਦੀ ਝਲਕਦੀਆਂ ਨੇ। ਜੋ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਤੁਸੀਂ ਬਖਸ਼ਿਸ਼ਾਂ ਨਿਤ ਵਰਤਾ ਰਹੇ ਹੋ, ਨਿਤ ਤੁਹਾਡਾ ਦਰਬਾਰ ਲੱਗ ਰਿਹਾ, ਨਿਤ ਸਿੱਖ ਸੰਗਤਾਂ ਆ ਰਹੀਆਂ ਨੇ ਔਰ ਤੁਹਾਡੇ ਕੋਲੋਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੀਆਂ ਨੇ। ਗੁਰੂ ਅਮਰਦਾਸ ਮਹਾਰਾਜ ਜੀ ਬਾਰੇ ਭੱਟ ਕਲ ਜੀ ਕਹਿੰਦੇ ਨੇ, ਬਾਰਿਜ ਕਰ ਦਾਹਣੈ ਸਿੱਧ ਸਨਮੁਖ ਮੁਖ ਜੋਵੈ। ਬਾਰਿਜ ਦਾ ਅਰਥ ਹੈ ਜਿਹੜਾ ਪਾਣੀ ਦੇ ਵਿੱਚ ਖਿੜਨ ਵਾਲਾ ਕਮਲ ਦਾ ਫੁੱਲ ਹੈ। ਦਾਹਣੇ ਦਾ ਅਰਥ ਸੱਜਾ ਹੱਥ। ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੇ ਸੱਜੇ ਹੱਥ ਵਿੱਚ ਉਹ ਖਿੜਿਆ ਹੋਇਆ ਕਮਲ ਜਿਹੜਾ ਹੈ, ਸਾਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਤੁਹਾਡੇ ਹੱਥ ਦੇ ਵਿੱਚ ਉਹ ਕਮਲ ਹੈ ਜਿਹੜਾ ਪਾਣੀ ਵਿੱਚ ਰਹਿ ਕੇ ਪਾਣੀ ਤੋਂ ਨਿਰਲੇਪ ਰਹਿੰਦਾ ਹੈ। ਔਰ ਤਕਰੀਬਨ ਪੜ੍ਹਦੇ ਸੁਣਦੇ ਹਾਂ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਨਾਮ ਦੀ ਗੱਲ ਹੋਵੇ ਜਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੀ ਗੱਲ ਹੋਵੇ ਤਾਂ ਉਹਦੀ ਉਦਾਹਰਨ ਕਮਲ ਦੇ ਫੁੱਲ ਨਾਲ ਦਿੱਤੀ ਜਾਂਦੀ ਹੈ। ਚਰਨ ਕਮਲ, ਉਹ ਚਰਨ ਜਿਹੜੇ ਕਮਲ ਵਰਗੇ ਨੇ, ਜਿਹਦੇ ਵਿੱਚ ਪੂਰਨ ਖਿੜਾਓ ਹੈ ਔਰ ਜਿਹਦੇ ਵਿੱਚ ਨਿਰਲੇਪਤਾ ਹੈ, ਕਿਸੇ ਵਿਕਾਰ ਦਾ ਲੇਪ ਨਹੀਂ, ਜਿਹਦੇ ਵਿੱਚ ਪੂਰੀ ਸ਼ੁੱਧਤਾ ਹੈ, ਜਿਹਦੇ ਵਿੱਚ ਕੋਈ ਵਿਕਾਰ ਦਾ ਲੇਪ ਲੱਗਿਆ ਹੀ ਨਹੀਂ, ਨਾ ਲੱਗ ਸਕਦਾ। ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਗੁਰੂ ਅੰਗਦ ਦੇਵ ਜੀ ਦੇ ਘਰ ਆ ਕੇ ਜਿੰਨੀਆਂ ਵੀ ਬਖਸ਼ਿਸ਼ਾਂ ਸੀ ਉਹ ਸਾਰੀਆਂ ਪ੍ਰਾਪਤ ਕਰ ਲਈਆਂ। ਆਮ ਤੌਰ ਤੇ ਦੁਨੀਆ ਜਿਹੜੀ ਹੈ ਉਹ ਭਟਕਦੀ ਹੈ ਰਿੱਧੀਆਂ ਸਿੱਧੀਆਂ ਵਾਸਤੇ ਕਿ ਸਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ, ਨਵ ਨਿਧੀ ਤੇ 18 ਸਿੱਧੀ। ਪਰ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਅੰਮ੍ਰਿਤ ਬਾਣੀ ਦਾ ਅਭਿਆਸ ਕੀਤਾ, ਮਹਾਰਾਜ ਕਹਿੰਦੇ ਜੇ ਤੂੰ ਸੰਸਾਰ ਦੇ ਵਿੱਚੋਂ ਨਿਰੰਕਾਰ ਤੱਕ ਪਹੁੰਚਣਾ ਚਾਹੁੰਦਾ ਹੈ ਤਾਂ ਫਿਰ ਤੈਨੂੰ ਇਹ ਰਿੱਧੀਆਂ ਸਿੱਧੀਆਂ ਦਾ ਰਸ ਛੱਡਣਾ ਪਏਗਾ, ਕਿਉਂਕਿ ਇਹ ਹੋਰ ਸਵਾਦ ਨੇ। ਜਿਸ ਮਾਰਗ ਤੇ ਤੂੰ ਚੱਲਣਾ ਉਸ ਮਾਰਗ ਦੇ ਉੱਤੇ ਇਹ ਰਸ ਕੰਮ ਨਹੀਂ ਆਉਣਾ, ਇਹ ਰੁਕਾਵਟ ਬਣ ਜਾਏਗਾ। ਅੰਮ੍ਰਿਤ ਬਾਣੀ ਦਾ ਅਭਿਆਸ ਜਦੋਂ ਆਪਾਂ ਕਰਦੇ ਹਾਂ ਤੇ ਸਾਹਿਬ ਕਹਿੰਦੇ ਰਿੱਧ ਸਿੱਧ ਅਵਰਾ ਸਾਧ। ਅਵਰਾ ਦਾ ਅਰਥ ਹੈ ਹੋਰ। ਇਹ ਜਿਹੜੀ ਰਿੱਧੀ ਸਿੱਧੀ ਹੈ ਇਹ ਹੋਰ ਸਵਾਦ ਨੇ। ਇਹ ਮਾਲਕ ਦੇ ਘਰ ਦੇ ਵਿੱਚ, ਮਾਲਕ ਜੀ ਦੇ ਚਰਨਾਂ ਦੇ ਵਿੱਚ ਪਹੁੰਚਣ ਵਾਸਤੇ ਇਹ ਰਸ ਨਹੀਂ ਸਾਨੂੰ ਰਿੱਧੀਆਂ ਸਿੱਧੀਆਂ ਦਾ ਚਾਹੀਦਾ। ਪਰ ਦੂਜੇ ਪਾਸੇ ਅੰਮ੍ਰਿਤ ਬਾਣੀ ਵਿੱਚ ਕਹਿ ਰਹੇ ਨੇ ਕਿ ਦੁਨੀਆ ਰਿੱਧੀਆਂ ਸਿੱਧੀਆਂ ਮਗਰ ਦੌੜਦੀ ਹੈ ਕਿ ਸਾਨੂੰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਏ। ਪਰ ਜਿਨ੍ਹਾਂ ਨੇ ਭਗਤੀ ਕੀਤੀ, ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕੀਤਾ, ਉਹਨਾਂ ਨੂੰ ਰਿੱਧੀਆਂ ਸਿੱਧੀਆਂ ਮਗਰ ਚੱਲਣ ਦੀ ਲੋੜ ਨਹੀਂ ਪਈ। ਉਹਨਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਨਹੀਂ ਪਈ। ਕਿਉਂ ਨਹੀਂ ਪਈ? ਕਿਉਂਕਿ ਰਿੱਧੀਆਂ ਸਿੱਧੀਆਂ ਉਹਨਾਂ ਦੇ ਕਦਮਾਂ ਦੇ ਮਗਰ, ਰਿੱਧੀਆਂ ਸਿੱਧੀਆਂ ਉਹਨਾਂ ਦੇ ਚਰਨਾਂ ਦੀ ਦਾਸੀ ਬਣ ਜਾਂਦੀਆਂ ਨੇ ਜਿਨ੍ਹਾਂ ਨੇ ਹਿਰਦੇ ਵਿੱਚ ਪਰਮੇਸ਼ਵਰ ਦੇ ਨਾਮ ਦੀ ਭਗਤੀ ਕੀਤੀ ਹੈ।
ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿੱਚ ਜ਼ਿਕਰ ਕੀਤਾ ਕਿ ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰੈ। ਜੋ ਹਰ ਹਿਰਦੇ ਸਦਾ ਵਸਾਏ, ਜਿਹੜੇ ਹਿਰਦੇ ਵਿੱਚ ਪਰਮੇਸ਼ਵਰ ਦੇ ਸੱਚੇ ਨਾਮ ਨੂੰ ਵਸਾ ਲੈਂਦੇ ਨੇ, ਉਹਨਾਂ ਨੂੰ ਰਿੱਧੀਆਂ ਸਿੱਧੀਆਂ ਮਗਰ ਦੌੜਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਰਿੱਧੀਆਂ ਸਿੱਧੀਆਂ ਉਹਨਾਂ ਦੇ ਮਗਰ ਹੁੰਦੀਆਂ ਨੇ, ਉਹਨਾਂ ਦੇ ਚਰਨਾਂ ਦੀ ਦਾਸੀ ਬਣ ਜਾਂਦੀਆਂ ਨੇ। ਗੁਰੂ ਅਮਰਦਾਸ ਮਹਾਰਾਜ ਜੀ, ਤੁਸੀਂ ਇੰਨੀ ਭਗਤੀ ਕੀਤੀ, ਇੰਨੇ ਗੁਣ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਦੀ ਇਕੱਤਰ ਕੀਤੇ ਕਿ ਤੁਹਾਡਾ ਜੀਵਨ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਬਣ ਗਿਆ। ਤੁਸੀਂ ਰੱਬੀ ਜੋਤ ਦੇ ਮਾਲਕ ਬਣ ਗਏ। ਇਸ ਵਾਸਤੇ ਜਿਹੜੀ ਇਹ ਰਿੱਧੀਆਂ ਔਰ ਸਿੱਧੀਆਂ ਨੇ, ਇਹ ਤਾਂ ਤੁਹਾਡੇ ਸੱਜੇ ਖੱਬੇ ਹੱਥ ਦੀ ਖੇਡ ਹੈ। ਇਹ ਤਾਂ ਤੁਹਾਡੇ ਹੱਥ ਦੇ ਵੱਸ ਵਿੱਚ ਨੇ। ਲੋਕ ਇਹਨਾਂ ਮਗਰ ਭਟਕਦੇ, ਸਿੱਧ ਲੋਕ, ਜੋਗੀ ਲੋਕ, ਉਹ ਸਾਰੀਆਂ ਉਮਰ ਆਪਣੀ ਇਸੇ ਪਾਸੇ ਗਵਾ ਦਿੰਦੇ ਨੇ, ਯੋਗ ਸਾਧਨਾਵਾਂ ਕਰ ਕਰਕੇ ਕਿ ਸਾਨੂੰ ਰਿੱਧੀਆਂ ਸਿੱਧੀਆਂ ਮਿਲ ਜਾਣ। ਪਰ ਤੁਸੀਂ ਮਹਾਰਾਜ ਆਪਣੇ ਦੋਵੇਂ ਹੱਥਾਂ ਵਿੱਚ ਇਹਨਾਂ ਨੂੰ ਵੱਸ ਵਿੱਚ ਕਰ ਲਿਆ ਹੈ। ਸਿੱਧ ਦਾ ਅਰਥ ਹੈ ਸਿੱਧੀ। ਨਵ ਨਿਧੀ 18 ਸਿੱਧੀ। ਸਿੱਧ ਦਾ ਅਰਥ ਹੁੰਦਾ ਹੈ ਸਫਲਤਾ, ਕਾਮਯਾਬੀ। ਤਾਂ ਹੀ ਕਮਲ ਦੇ ਨਾਲ ਉਦਾਹਰਨ ਦਿੱਤੀ ਗਈ ਹੈ ਕਿ ਪਾਣੀ ਵਿੱਚ ਰਹਿ ਕੇ ਕਮਲ ਜਿਹੜਾ ਹੈ ਉਹ ਨਿਰਲੇਪ ਹੋ ਜਾਂਦਾ ਹੈ। ਉਹਦੇ ਉੱਤੇ ਉਸ ਪਾਣੀ ਦਾ, ਉਸ ਚਿੱਕੜ ਦਾ ਕੋਈ ਪ੍ਰਭਾਵ, ਕੋਈ ਅਸਰ ਉਹਦੇ ਤੇ ਪੈਂਦਾ ਹੀ ਨਹੀਂ ਹੈ। ਹਾਲਾਂਕਿ ਉਹਦੀਆਂ ਜੜ੍ਹਾਂ ਹੈ ਪਾਣੀ ਵਿੱਚ ਹੀ ਨੇ, ਪਰ ਉਹ ਪਾਣੀ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਇੰਨਾ ਉੱਚਾ ਕਰ ਲੈਂਦਾ ਹੈ ਕਿ ਉਹਦੇ ਉੱਤੇ ਉਸ ਚਿੱਕੜ ਪਾਣੀ ਦਾ ਕੋਈ ਪ੍ਰਭਾਵ ਪੈਂਦਾ ਹੀ ਨਹੀਂ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ, ਤੁਸੀਂ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਵਿੱਚ ਇੰਨਾ ਲੀਨ ਹੋ ਗਏ ਹੋ ਕਿ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਤੁਸੀਂ ਅਲੇਪ ਹੋ ਗਏ, ਤੁਹਾਡੇ ਉੱਤੇ ਹੁਣ ਕਿਸੇ ਪ੍ਰਕਾਰ ਦਾ ਵੀ ਵਿਕਾਰ ਦਾ ਲੇਪ ਨਹੀਂ ਹੈ। ਇਸ ਲਈ ਬਾਰਜ ਕਰ ਦਾਹਿਣੈ, ਜਿਹੜਾ ਤੁਹਾਡਾ ਸੱਜਾ ਹੱਥ ਹੈ, ਉਸ ਸੱਜੇ ਹੱਥ ਵਿੱਚ ਕਮਲ, ਉਹ ਕਮਲ ਜਿਹੜਾ ਪਾਣੀ ਵਿੱਚ ਚਿੱਕੜ ਵਿੱਚ ਰਹਿ ਕੇ ਵੀ ਨਿਰਲੇਪ ਹੋ ਗਿਆ। ਸਿੱਧ ਸਨਮੁਖ ਮੁਖ ਜੋਵੈ, ਤੇ ਜਿਹੜੀ ਸਿੱਧ ਸਿੱਧੀ ਹੈ, ਸਫਲਤਾ ਹੈ, ਕਾਮਯਾਬੀ ਹੈ, ਇਹ ਤੁਹਾਡੇ ਦਰਵਾਜ਼ੇ ਤੇ ਹਰ ਵੇਲੇ ਤੁਹਾਡੇ ਸਨਮੁਖ ਖਲੋਤੀ ਹੋਈ ਹੈ। ਮੁਖ ਜੋਵੈ, ਇਹ ਜਿਹੜੀ ਸਫਲਤਾ ਹੈ, ਕਾਮਯਾਬੀ ਹੈ, ਇਹ ਹਰ ਵੇਲੇ ਤੁਹਾਡੇ ਦਰਵਾਜ਼ੇ ਤੇ ਖਲੋ ਕੇ ਮੁਖ ਜੋਵੈ। ਜੋਵੈ ਦਾ ਅਰਥ ਹੁੰਦਾ ਤੱਕਣਾ, ਦੇਖਣਾ। ਜਿਹੜੀ ਇਹ ਸਿੱਧੀ ਹੈ ਗੁਰੂ ਅਮਰਦਾਸ ਪਾਤਸ਼ਾਹ, ਇਹ ਤੁਹਾਡੇ ਦਰਵਾਜ਼ੇ ਤੇ ਖਲੋ ਕੇ ਹਰ ਵੇਲੇ ਤੁਹਾਨੂੰ ਹੀ ਤੱਕ ਰਹੀ ਹੈ। ਇਹ ਮਹਿਸੂਸ ਕਰ ਰਹੇ ਨੇ ਭੱਟ ਸਾਹਿਬਾਨ। ਸਾਨੂੰ ਵੀ ਸਮਝ ਆ ਜਾਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਗੁਰੂ ਦੁਆਰੇ, ਗੁਰੂ ਸਾਹਿਬ ਦੇ ਦਰ ਤੇ ਆਏ ਹਾਂ, ਤੇ ਜਿਹਦੇ ਦਰ ਤੇ ਆਏ ਹਾਂ ਸਾਨੂੰ ਉਹਦੀ ਸਮਝ ਆ ਜਾਏ, ਸਾਨੂੰ ਸੋਝੀ ਆ ਜਾਏ ਕਿ ਅਸੀਂ ਕਿਸ ਗੁਰੂ ਦੇ ਦਰ ਉੱਤੇ ਆਏ ਹਾਂ। ਭੱਟ ਜੀ ਨੂੰ ਸਮਝ ਆਈ, ਮਹਿਸੂਸ ਕੀਤਾ ਕਿ ਮਹਾਰਾਜ ਤੁਹਾਡਾ ਹੱਥ ਇੰਨੀਆਂ ਬਖਸ਼ਿਸ਼ਾਂ ਨਾਲ ਭਰਿਆ ਹੈ ਕਿ ਸਾਨੂੰ ਲੱਗਦਾ ਹੈ ਕਿ ਤੁਹਾਡੇ ਸੱਜੇ ਹੱਥ ਵਿੱਚ ਉਹ ਕਮਲ ਹੈ ਜਿਹੜਾ ਨਿਰਲੇਪ ਹੈ, ਜਿਹਦੇ ਉੱਤੇ ਕੋਈ ਕਿਸੇ ਪ੍ਰਕਾਰ ਦਾ ਲੇਪ ਨਹੀਂ, ਜਿਹੜਾ ਪੂਰਨ ਖਿੜਾਓ ਵਾਲਾ ਵੀ ਔਰ ਸੁਗੰਧੀ ਨਾਲ ਵੀ ਭਰਿਆ ਹੋਇਆ ਹੈ, ਤੇ ਜਿਹਦੇ ਉੱਤੇ ਤੁਸੀਂ ਆਪਣਾ ਸੱਜਾ ਹੱਥ ਸੀਸ ਤੇ ਰੱਖਦੇ ਹੋ ਮਹਾਰਾਜ ਜੀ, ਉਹਦੇ ਅੰਦਰ ਵੀ ਸੁਗੰਧੀ ਆ ਜਾਂਦੀ ਹੈ, ਉਹਦੇ ਅੰਦਰ ਵੀ ਨਿਰਲੇਪਤਾ ਆ ਜਾਂਦੀ ਹੈ। ਭਾਵ ਵਿਕਾਰਾਂ ਤੋਂ, ਜਿਹੜਾ ਉਹਦਾ ਵਿਕਾਰਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਕੋਈ ਕਿਸੇ ਪ੍ਰਕਾਰ ਦਾ ਵਿਕਾਰ ਦਾ ਲੇਪ ਉਹਦੇ ਤੇ ਨਹੀਂ ਲੱਗਦਾ ਜਿਹਦੇ ਉੱਤੇ ਤੁਸੀਂ ਆਪਣਾ ਮੇਰ ਦਾ ਹੱਥ ਰੱਖਦੇ ਹੋ। ਔਰ ਤੁਹਾਡੇ ਬਿਲਕੁਲ ਸਨਮੁਖ, ਬਿਲਕੁਲ ਸਾਹਮਣੇ ਸਿੱਧੀ ਜਿਹੜੀ ਹੈ ਉਹ ਖਲੋ ਕੇ ਤੁਹਾਡੇ ਮੁਖ ਵੱਲ ਵੇਖ ਰਹੀ ਹੈ। ਸਫਲਤਾ ਕੀ, ਤੁਸੀਂ ਮਾੜਾ ਜਿਹਾ ਵੀ ਇਸ਼ਾਰਾ ਕਰੋ ਕਿ ਇਹਨੂੰ ਸਫਲਤਾ ਦੇਣੀ ਹੈ ਤੇ ਉਹ ਸਿੱਧੀ ਉਹਦੀ ਝੋਲੀ ਵਿੱਚ ਪੈ ਜਾਂਦੀ ਹੈ।
ਹਰ ਵੇਲੇ ਤੁਹਾਡੇ ਮੁਖ ਵੱਲ ਜਿਹੜੀ ਇਹ ਸਿੱਧੀ ਕਾਮਯਾਬੀ ਹੈ ਇਹ ਤੁਹਾਨੂੰ ਹਰ ਵੇਲੇ ਤੱਕਦੀ ਰਹਿੰਦੀ ਹੈ ਕਿ ਕਦੋਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਸ਼ਾਰਾ ਹੋਵੇ ਤੇ ਜਿਹਨੂੰ ਸਫਲਤਾ ਦੇਣੀ ਹੈ ਮੈਂ ਉਹਦੀ ਝੋਲੀ ਵਿੱਚ ਜਾ ਕੇ ਪੈ ਜਾਵਾਂ। ਅਸੀਂ ਬਾਹਰੋਂ ਤਾਂ ਸਿੱਧੀਆਂ ਬਹੁਤ ਪ੍ਰਾਪਤ ਕਰ ਲਈਆਂ, ਬਾਹਰੋਂ ਕਾਮਯਾਬੀਆਂ ਆਪਾਂ ਬਹੁਤ ਪ੍ਰਾਪਤ ਕਰ ਲਈਆਂ, ਕੋਈ ਸ਼ੱਕ ਨਹੀਂ। ਵਿਗਿਆਨ ਦੇ ਤਲ ਤੇ ਅਸੀਂ ਇੰਨੇ ਕਾਮਯਾਬ ਹੋ ਚੁੱਕੇ ਹਾਂ ਕਿ ਇਨਸਾਨ ਕਦੇ ਸੋਚ ਹੀ ਨਹੀਂ ਸੀ ਸਕਦਾ ਕਿ ਇੰਨੀਆਂ ਕਾਮਯਾਬੀਆਂ ਸਾਨੂੰ ਮਿਲ ਸਕਦੀਆਂ ਨੇ। ਜੇ ਅੱਜ ਤੋਂ ਆਪਾਂ ਪਿੱਛੇ ਚਲੇ ਜਾਈਏ 50-100 ਸਾਲ ਪਿਛਾਂ ਚਲੇ ਜਾਈਏ ਤੇ ਬੰਦਾ ਸੋਚ ਹੀ ਨਹੀਂ ਸੀ ਸਕਦਾ ਕਿ ਇੰਨੀਆਂ ਕਾਮਯਾਬੀਆਂ ਸਾਨੂੰ ਵਿਗਿਆਨਕ ਤਲ ਤੇ ਮਿਲ ਜਾਣਗੀਆਂ। ਅਸੀਂ ਸਰੀਰਕ ਤਲ ਉਤੇ ਕਾਮਯਾਬ ਬੜੇ ਹੋ ਗਏ, ਕੋਈ ਸ਼ੱਕ ਨਹੀਂ, ਪਰ ਜਿੰਨੇ ਅਸੀਂ ਸਰੀਰ ਕਰਕੇ ਸਿੱਧੀਆਂ ਪ੍ਰਾਪਤ ਕੀਤੀਆਂ ਮਾਫ ਕਰਨਾ, ਉਨਾ ਹੀ ਅਸੀਂ ਮਨ ਕਰਕੇ ਫੇਲ ਹਾਂ, ਉਨਾ ਹੀ ਅਸੀਂ ਅਧਿਆਤਮਕ ਤਲ ਉਤੇ ਫੇਲ ਹੋ ਗਏ, ਕਿਉਂਕਿ ਵਿਗਿਆਨ ਤੇ ਹਾਸਲ ਹੋ ਗਿਆ ਪਰ ਬ੍ਰਹਮ ਗਿਆਨ ਹਾਸਲ ਨਹੀਂ ਹੋਇਆ। ਬ੍ਰਹਮ ਗਿਆਨ ਨਾ ਹਾਸਲ ਹੋਣ ਕਰਕੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ, ਵਿਕਾਰ ਤੋਂ, ਝੂਠ, ਨਿੰਦਾ, ਚੁਗਲੀ ਇਹਦੇ ਤੋਂ ਛੁਟਕਾਰਾ ਹੀ ਨਾ ਪਾ ਸਕੇ। ਕਾਮਯਾਬੀ ਤਾਂ ਮਿਲੇਗੀ ਨਾ ਜੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਛੁਟਕਾਰਾ ਪੈ ਗਿਆ। ਜਿਸ ਦਿਨ ਇਹਦੇ ਤੋਂ ਛੁਟਕਾਰਾ ਪੈ ਗਿਆ ਸਮਝ ਲੈਣਾ ਸਿੱਧੀ ਮਿਲ ਗਈ, ਕਾਮਯਾਬੀ ਮਿਲ ਗਈ। ਪਰ ਇਹਨਾਂ ਪੰਜਾਂ ਤੋਂ ਛੁਟਕਾਰਾ ਜਿਹੜਾ ਹੈ ਉਹ ਵਿਗਿਆਨ ਦੇ ਰਾਹੀਂ ਨਹੀਂ, ਉਹ ਬ੍ਰਹਮ ਗਿਆਨ ਦੇ ਰਾਹੀਂ ਪੈਣਾ ਹੈ। ਤੇ ਬ੍ਰਹਮ ਦਾ ਗਿਆਨ ਕਿੱਥੇ ਹੈ? ਲੋਕ ਜਾਣੈ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਤੇ ਜਿਹੜੀ ਗੁਰਬਾਣੀ ਸਾਨੂੰ ਸੱਚੀ ਬਾਣੀ ਧੁਰਕੀ ਬਾਣੀ ਦਿੱਤੀ ਹੈ ਇਹ ਬ੍ਰਹਮ ਦੀ ਵਿਚਾਰ ਹੈ। ਇਹਦੇ ਵਿੱਚ ਬ੍ਰਹਮ ਦਾ ਗਿਆਨ ਹੈ। ਦੋ ਤਰ੍ਹਾਂ ਦੀ ਵਿਦਿਆ ਹੁੰਦੀ ਹੈ, ਇੱਕ ਸੰਸਾਰੀ ਵਿਦਿਆ ਹੈ ਜਿਹੜੀ ਸਕੂਲ ਕਾਲਜਾਂ ਵਿੱਚ ਸਾਨੂੰ ਵਿਦਿਆ ਮਿਲ ਜਾਏਗੀ, ਅਸੀਂ ਉਹਨੂੰ ਪੜ੍ਹ ਲਿਖ ਕੇ ਡਿਗਰੀਆਂ ਲੈ ਕੇ ਕਾਮਯਾਬ ਹੋ ਸਕਦੇ ਹਾਂ। ਪਰ ਮਾਫ ਕਰਨਾ, ਬ੍ਰਹਮ ਗਿਆਨ ਦੀ ਵਿਦਿਆ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਣੀ ਹੈ। ਜਿਹੜਾ ਬ੍ਰਹਮ ਦਾ ਗਿਆਨ ਹੈ, ਬ੍ਰਹਮ ਦੀ ਸੋਝੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰਿਕ ਯਾਤਰਾ ਕੀਤੀ ਔਰ ਧਰਮ ਅਸਥਾਨਾਂ ਉੱਤੇ ਗੁਰੂ ਸਾਹਿਬ ਗਏ, ਮੰਦਰ ਵੀ ਗਏ, ਮਸਜਿਦ ਵੀ ਗਏ, ਮੱਕੇ ਮਦੀਨੇ ਵੀ ਗਏ ਔਰ ਉਹਨਾਂ ਧਰਮੀ ਲੋਕਾਂ ਨੂੰ ਸਮਝਾਇਆ ਕਿ ਤੁਸੀਂ ਧਰਮ ਨਾਲ ਜੁੜੇ ਤੇ ਹੋ ਪਰ ਬ੍ਰਹਮ ਦਾ ਗਿਆਨ ਤੁਹਾਡੇ ਕੋਲ ਨਹੀਂ ਹੈ। ਬ੍ਰਹਮ ਦਾ ਗਿਆਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੰਡਿਆ। ਬ੍ਰਹਮ ਦਾ ਗਿਆਨ ਦੇ ਕੇ ਉਹਨਾਂ ਨੂੰ ਜੋ ਧਰਮ ਵਿੱਚ ਪਾਖੰਡ ਸੀ ਉਹਨੂੰ ਦੂਰ ਕੀਤਾ। ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ। ਤੁਸੀਂ ਜਿਹੜਾ ਕਰਮ ਕਰ ਰਹੇ ਹੋ ਧਰਮ ਦੇ ਨਾਂ ਉਤੇ, ਇਹ ਸਿਰਫ ਪਾਖੰਡ ਹੈ, ਹੋਰ ਕੁਝ ਵੀ ਨਹੀਂ। ਗੁਰੂ ਸਾਹਿਬ ਜੀ ਨੇ ਬ੍ਰਹਮ ਦਾ ਗਿਆਨ ਦੇ ਕੇ ਉਹਨਾਂ ਨੂੰ ਉਸ ਪਾਖੰਡ ਵਿੱਚੋਂ ਦੀ ਕੱਢਿਆ। ਬ੍ਰਹਮ ਗਿਆਨ ਦੀ ਵਿਦਿਆ ਲੈਣੀ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ ਪਏਗਾ। ਅੱਜ ਲੋੜ ਹੈ ਆਪ ਵੀ ਗੁਰਬਾਣੀ ਅਸੀਂ ਜਿੰਨਾ ਹੋ ਸਕਦਾ ਪੜ੍ਹੀਏ, ਸੁਣੀਏ, ਵਿਚਾਰੀਏ ਤੇ ਆਪਣੇ ਨਾਲ ਬੱਚਿਆਂ ਨੂੰ ਵੀ ਜਿੰਨਾ ਹੋ ਸਕਦਾ ਗੁਰਬਾਣੀ ਨਾਲ ਜੋੜੋ। ਅੱਜ ਸਾਡੀ ਹਾਲਾਤ ਇਦਾਂ ਦੇ ਨੇ ਕਿ ਸਾਡੇ ਬੱਚਿਆਂ ਨੂੰ ABCD ਤਾਂ ਆਉਂਦੀ ਹੈ ਪਰ ਉਹਨਾਂ ਨੂੰ ਊੜਾ ਐੜਾ ਈੜੀ ਸੱਸਾ ਹਾਹਾ ਨਹੀਂ ਆਉਂਦਾ। ਜਿਸ ਗੁਰਮੁਖੀ ਅੱਖਰਾਂ ਵਿੱਚੋਂ ਦੀ ਅਸੀਂ ਬ੍ਰਹਮ ਦਾ ਗਿਆਨ ਲੈਣਾ ਸੀ ਗੁਰਬਾਣੀ ਪੜ੍ਹ ਸੁਣ ਕੇ, ਸਾਨੂੰ ਉਹੀ ਵਿਸਰ ਗਿਆ, ਉਹੀ ਭੁੱਲ ਗਿਆ। ਅਸੀਂ ਬਾਹਰ ਦੇ ਦੌੜ ਇੰਨੀ ਜ਼ਿਆਦਾ ਲਗਾ ਲਈ ਕਿ ਸਾਡਾ ਬੱਚਾ ਇੰਗਲਿਸ਼ ਤੇ ਬੋਲਣਾ ਚਾਹੀਦਾ ਹੈ ਪਰ ਪੰਜਾਬੀ ਨਹੀਂ ਬੋਲਣਾ ਚਾਹੀਦਾ। ਸਾਡੇ ਘਰਾਂ ਦਾ ਮਾਹੌਲ ਵੀ ਵਿਗੜ ਗਿਆ, ਸਾਡੇ ਸਕੂਲਾਂ ਦਾ ਵੀ ਮਾਹੌਲ ਵਿਗੜ ਗਿਆ ਤੇ ਫਿਰ ਪੰਜਾਬੀ ਪੜ੍ਹਨੀ ਸੁਣਨੀ ਕਿੱਥੇ ਸੀ? ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨਾਲ ਪਿਆਰ ਕਰਕੇ, ਗੁਰੂ ਸਾਹਿਬ ਦੀ ਬਾਣੀ ਨਾਲ ਸੱਚੀ ਪ੍ਰੀਤ ਪਾ ਕੇ ਵਿੱਚੋਂ ਬ੍ਰਹਮ ਦਾ ਗਿਆਨ ਲੈਣਾ ਹੈ, ਵਿੱਚੋਂ ਬ੍ਰਹਮ ਦਾ ਰਸ ਪ੍ਰਾਪਤ ਕਰਨਾ ਹੈ।
ਪਰ ਜੇ ਸਾਨੂੰ ਗੁਰਮੁਖੀ ਅੱਖਰ ਹੀ ਨਹੀਂ ਆਉਂਦੇ ਹੋਣਗੇ, ਅਸੀਂ ਗੁਰਬਾਣੀ ਵਿੱਚੋਂ ਗਿਆਨ ਕਿੱਦਾਂ ਲੈ ਲਾਂਗੇ? ਠੀਕ ਹੈ, ਆਪਣੇ ਬੱਚਿਆਂ ਨੂੰ ਔਰ ਆਪ ਖੁਦ ਅਸੀਂ ਹਰ ਭਾਸ਼ਾਵਾਂ ਬੋਲਣੀਆਂ ਬਣ ਜਿਹੜੀਆਂ ਨੇ ਉਹ ਸਿੱਖੀਏ, ਸਾਨੂੰ ਹਰ ਤਰ੍ਹਾਂ ਦੀ ਭਾਸ਼ਾ ਦੀ ਸਮਝ ਹੋਵੇ, ਪਰ ਇਹਦਾ ਮਤਲਬ ਇਹ ਨਹੀਂ ਕਿ ਆਪਣੀ ਮਾਂ ਬੋਲੀ ਭੁੱਲ ਜਾਈਏ। ਹਰ ਇੱਕ ਦਾ ਸਤਿਕਾਰ, ਹਰ ਇੱਕ ਦੀ ਰਿਸਪੈਕਟ ਕਰਨੀ ਸਾਡੇ ਲਈ ਜ਼ਰੂਰੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਮਾਪਿਆਂ ਨੂੰ ਛੱਡ ਦਈਏ। ਪੰਜਾਬ ਦੀ ਧਰਤੀ ਤੇ ਰਹਿ ਕੇ ਹੀ ਪੰਜਾਬੀ ਬੋਲਣੀ ਮਾੜੀ ਲੱਗਦੀ ਹੈ। ਪੰਜਾਬ ਦੀ ਧਰਤੀ ਹੋਵੇ ਤੇ ਪੰਜਾਬ ਦੇ ਵਿੱਚ ਹੀ ਸਕੂਲ ਕਾਲਜ ਹੋਣ ਤੇ ਉੱਥੇ ਹੀ ਪੰਜਾਬੀ ਬੋਲਣ ਵਾਲੇ ਨੂੰ ਟੀਚਰ ਚਪੇੜ ਮਾਰ ਕੇ ਕਹਿੰਦਾ ਹੈ ਕਿ ਤੈਨੂੰ ਸਕੂਲ ਦੇ ਵਿੱਚ ਪੰਜਾਬੀ ਬੋਲਣ ਦਾ ਹੱਕ ਨਹੀਂ। ਜੇ ਤੂੰ ਪੰਜਾਬੀ ਬੋਲੇਗਾ ਤੈਨੂੰ ਜੁਰਮਾਨਾ ਲੱਗੇਗਾ। ਹੱਦ ਹੋ ਗਈ। ਅਸੀਂ ਜਿਸ ਧਰਤੀ ਤੇ ਜੰਮੇ ਪਲੇ ਹਾਂ, ਜੋ ਸਾਡੀ ਮਾਤਰ ਮਾਂ ਬੋਲੀ ਹੈ, ਉਹਨੂੰ ਬੋਲਣ ਤੇ ਜੁਰਮਾਨਾ ਲੱਗਦਾ ਹੈ। ਜਿਸ ਦੇਸ਼ ਦੇ ਵਿੱਚ ਮਾਂ ਬੋਲੀ ਬੋਲਣ ਤੇ ਚਪੇੜ ਪੈਂਦੀ ਹੋਵੇ, ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੋਵੇ, ਉਹਦਾ ਕੀ ਹਾਲ ਹੋਏਗਾ? ਉਹਦੇ ਕੀ ਹਾਲਾਤ ਹੋਣਗੇ? ਅਸੀਂ ਗੁਰਬਾਣੀ ਵਿੱਚੋਂ ਰਸ ਕਿੱਦਾਂ ਲੈ ਸਕਦੇ ਹਾਂ? ਅਸੀਂ ਗੁਰਬਾਣੀ ਨਾਲ ਪਿਆਰ ਕਿਵੇਂ ਕਰ ਸਕਦੇ ਹਾਂ? ਅਸੀਂ ਗੁਰਬਾਣੀ ਦਾ ਸਤਿਕਾਰ ਕਿਵੇਂ ਕਰਾਂਗੇ? ਕਿਉਂਕਿ ਸਾਨੂੰ ਗੁਰਮੁਖੀ ਅੱਖਰਾਂ ਨਾਲ ਜੁੜਨਾ ਪੈਣਾ ਹੈ। ਸਾਨੂੰ ਉਸ ਮੁਹਾਰਨੀ ਨਾਲ ਜੁੜਨਾ ਪਏਗਾ, ਤੇ ਜੇ ਉਹਦੀ ਸੋਝੀ ਹੋਏਗੀ ਤੇ ਗੁਰਬਾਣੀ ਵਿੱਚੋਂ ਰਸ ਲੈ ਸਕਦੇ ਹਾਂ। ਇਸ ਲਈ ਕਹਿ ਰਹੇ ਨੇ ਕਿ ਗੁਰੂ ਸਾਹਿਬ ਜੀ ਤੁਹਾਡੇ ਦਰ ਉਤੇ ਸਿੱਧੀ ਜਿਹੜੀ ਹੈ ਸਫਲਤਾ, ਕਾਮਯਾਬੀ ਉਸ ਤੁਹਾਡੇ ਸਨਮੁਖ ਖਲੋਤੀ ਹੈ। ਜ਼ਿਕਰ ਕਰ ਰਿਹਾ ਸੀ ਕਿ ਗਿਆਨ ਤਾਂ ਬਹੁਤ ਮਿਲ ਗਿਆ, ਜਿਹੜਾ ਇਹ ਨੈਟ ਰਾਹੀਂ, ਇੰਟਰਨੈਟ ਰਾਹੀਂ, ਮੋਬਾਈਲ ਰਾਹੀਂ ਬੱਚਿਆਂ ਨੂੰ ਗਿਆਨ ਮਿਲ ਰਿਹਾ, ਅਸੀਂ ਸੋਚ ਵੀ ਨਹੀਂ ਸਕਦੇ ਕਿ ਸਾਡੇ ਬੱਚੇ ਇਹ ਇੰਟਰਨੈਟ ਰਾਹੀਂ ਇੰਨਾ ਗਿਆਨ ਇਕੱਠਾ ਕਰ ਲੈਣਗੇ। ਪਰ ਬ੍ਰਹਮ ਗਿਆਨ ਤੋਂ ਅਸੀਂ ਪਿੱਛੇ ਹਾਂ। ਬ੍ਰਹਮ ਗਿਆਨ ਵਾਸਤੇ ਸਾਨੂੰ ਆਪਣੇ ਬੱਚਿਆਂ ਨੂੰ ਗੁਰੂ ਘਰ ਲਿਆਉਣਾ ਪਏਗਾ। ਸਾਨੂੰ ਗੁਰਬਾਣੀ ਨਾਲ ਉਹਨਾਂ ਨੂੰ ਜੋੜਨਾ ਪਏਗਾ। ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੋਝੀ ਆਪਣੇ ਬੱਚਿਆਂ ਨੂੰ ਦੇਣੀ ਪਏਗੀ। ਇਹ ਸਿੱਧੀਆਂ ਤਾਂ ਅੰਦਰੋਂ ਮਿਲਣੀਆਂ। ਬਾਹਰੋਂ ਤਾਂ ਕਾਮਯਾਬ ਹੋ ਜਾਾਂਗੇ, ਪਰ ਅੰਦਰੋਂ ਅਸੀਂ ਫੇਲ ਹੋ ਗਏ। ਬਾਹਰੋਂ ਸਫਲ, ਬਾਹਰੋਂ ਪੂਰੇ ਹੋ ਗਏ, ਅੰਦਰੋਂ ਅਧੂਰੇ ਰਹਿ ਗਏ। ਅਸਲ ਕਾਮਯਾਬੀ ਤਾਂ ਉਹ ਹੈ ਜਿਹੜੀ ਅੰਦਰੋਂ ਸਫਲਤਾ ਮਿਲਣੀ ਹੈ। ਇਸ ਲਈ ਗੁਰੂ ਅਮਰਦਾਸ ਮਹਾਰਾਜ, ਤੁਸੀਂ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਘਰ ਆਏ ਜਦੋਂ ਤਨ ਉੱਤੇ ਬੜੇਪਾ ਆ ਚੁੱਕਾ ਹੈ, ਪਰ ਉਸ ਉਮਰ ਵਿੱਚ ਵੀ ਤੁਸੀਂ ਆ ਕੇ ਗੁਰੂ ਨਾਨਕ ਸਾਹਿਬ ਦੇ ਘਰ ਆਪਣਾ ਆਪ ਸਮਰਪਣ ਕੀਤਾ। ਆਪਣਾ ਆਪ ਸਮਰਪਣ ਕਰਕੇ ਬ੍ਰਹਮ ਗਿਆਨ ਹਾਸਲ ਕੀਤਾ, ਔਰ ਇੰਨੀਆਂ ਕਾਮਯਾਬੀਆਂ, ਸਫਲਤਾਵਾਂ ਤੁਹਾਨੂੰ ਮਿਲ ਗਈਆਂ ਕਿ ਤੁਸੀਂ ਖੁਦ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਗਏ, ਖੁਦ ਨਿਰੰਕਾਰ ਦਾ ਰੂਪ ਹੋ ਗਏ। ਇਸ ਲਈ ਤੁਹਾਡੇ ਸੱਜੇ ਹੱਥ ਵਿੱਚ ਸਾਨੂੰ ਇੰਜ ਜਾਪਦਾ ਹੈ ਕਿ ਜਿਵੇਂ ਕਮਲ ਹੈ, ਜਿਹੜਾ ਨਿਰਲੇਪ ਹੈ, ਵਿਕਾਰਾਂ ਤੋਂ ਨਿਰਲੇਪ ਹੈ, ਔਰ ਦੂਸਰਾ ਸਿੱਧ ਸਨਮੁਖ ਮੁਖ ਜੋਵੈ। ਤੇ ਤੁਹਾਡੇ ਦਰਵਾਜ਼ੇ ਤੇ ਹਰ ਵੇਲੇ ਸਫਲਤਾ, ਕਾਮਯਾਬੀ ਹਰ ਵੇਲੇ ਖਲੋਤੀ ਰਹਿੰਦੀ ਹੈ, ਤੇ ਤੁਹਾਡੇ ਮੁਖ ਵੱਲ ਵੇਖਦੀ ਰਹਿੰਦੀ ਹੈ। ਕਦੋਂ ਤੁਸੀਂ ਕਿਹਦੇ ਵੱਲ ਇਸ਼ਾਰਾ ਕਰੋ ਤੇ ਉਹ ਸਫਲਤਾ ਉਹਦੇ ਝੋਲੀ ਵਿੱਚ ਪੈ ਜਾਂਦੀ ਹੈ। हे ਗੁਰੂ ਸਾਹਿਬ ਜੀ, ਤੁਹਾਡਾ ਰੂਪ ਸਾਨੂੰ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ। ਰਿੱਧ ਬਸੈ ਬਾਵਾਂਗ, ਤੇ ਖੱਬੇ ਹੱਥ ਵਿੱਚ ਕੀ ਵਸਦਾ ਹੈ? ਰਿੱਧ, ਰਿੱਧੀਆਂ। ਸੱਜੇ ਹੱਥ ਵੱਲ ਨੂੰ ਤੁਹਾਡੇ ਸਿੱਧੀ ਖਲੋਤੀ ਹੈ, ਸਿੱਧੀਆਂ ਕਾਮਯਾਬੀਆਂ ਖਲੋਤੀਆਂ। ਜਿਹੜੇ ਤੁਹਾਡੇ ਦਰ ਤੇ ਗੁਰੂ ਅਮਰਦਾਸ ਪਾਤਸ਼ਾਹ ਭਾਵਨਾ ਨਾਲ ਆਏ, ਉਹਨਾਂ ਨੂੰ ਸੱਜੇ ਹੱਥ ਨਾਲ ਤੁਸੀਂ ਸਿੱਧੀਆਂ ਕਾਮਯਾਬੀਆਂ ਦਿੱਤੀਆਂ, ਸਫਲਤਾਵਾਂ ਦਿੱਤੀਆਂ। ਉਹ ਅੰਦਰੋਂ ਕਾਮਯਾਬ ਹੋ ਗਏ। ਉਹ ਆਪਣਾ ਜਨਮ ਲੇਖੇ ਵਿੱਚ ਲਾਉਣ ਲਈ ਕਾਮਯਾਬ ਹੋ ਗਏ, ਆਪਣਾ ਜਨਮ ਸਫਲ ਕਰਨ ਵਿੱਚ ਕਾਮਯਾਬ ਹੋ ਗਏ। ਉਹ ਅੰਜਨ ਮਾਹੇ ਨਿਰੰਜਨ ਰਹੀਏ ਵਾਲੇ ਵਿੱਚ ਸਫਲਤਾ ਹਾਸਲ ਕਰ ਲਈ, ਜਿਨ੍ਹਾਂ ਨੂੰ ਮਹਾਰਾਜ ਤੁਸੀਂ ਸੱਜੇ ਹੱਥ ਦਾ ਇਸ਼ਾਰਾ ਕੀਤਾ।
ਹੁਣ ਖੱਬੇ ਹੱਥ ਵਿੱਚ ਤੁਹਾਡੇ ਕੀ ਹੈ? ਰਿੱਧ, ਰਿੱਧੀਆਂ। ਰਿੱਧੀਆਂ ਦਾ ਅਰਥ ਹੈ ਮਾਇਆਵੀ ਪਦਾਰਥ। ਰਿੱਧੀਆਂ ਦਾ ਅਰਥ ਹੈ ਇਹ ਜਿਹੜੀਆਂ ਮਾਇਆਵੀ ਪਦਾਰਥ ਨੇ, ਇਹ ਤੁਹਾਡੇ ਖੱਬੇ ਵਾਲੇ ਪਾਸੇ ਨੇ। ਕਿਹੜੀਆਂ ਰਿੱਧੀਆਂ? ਕਹਿੰਦੇ ਨੇ ਰਿੱਧ ਬਸੈ ਬਾਵਾਂਗ ਜੋ ਤੀਨ ਲੋਕਾਂਤਰ ਮੋਹ ਹੈ। ਤਿੰਨਾਂ ਭਵਨਾਂ ਦੇ ਲੋਕਾਂ ਨੂੰ ਜਿਹਨੇ ਮੋਇਆ ਹੋਇਆ ਹੈ। ਤੇ ਮੋਇਆ ਕਿਨੇ ਹੋਇਆ? ਮਾਇਆ ਨੇ, ਤ੍ਰੈ ਗੁਣੀ ਮਾਇਆ ਨੇ। ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਰਿੱਧੀਆਂ ਵਿੱਚ ਆਉਂਦੀ ਹੈ, ਤੇ ਜਿਹੜੀ ਸਫਲਤਾ ਕਾਮਯਾਬੀ ਹੈ ਉਹ ਸਿੱਧੀਆਂ ਵਿੱਚ ਆਉਂਦੀ ਹੈ। ਮਹਾਰਾਜ ਜੀ ਜਿਸ ਮਾਇਆ ਤ੍ਰੈ ਗੁਣੀ ਮਾਇਆ ਨੇ ਤਿੰਨ ਲੋਕਾਂ ਨੂੰ ਮੋਇਆ ਹੋਇਆ ਹੈ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਐਸਾ ਮੋਹ ਲਿਆ ਕਿ ਨਿਰੰਕਾਰ ਦੇ ਚਰਨਾਂ ਨੂੰ ਹੀ ਵਿਸਾਰ ਦਿੱਤਾ। ਐਸਾ ਮਾਇਆ ਨੇ ਮੋਹ ਲਿਆ ਕਿ ਲਿਵ ਹੀ ਉਹਦੇ ਨਾਲੋਂ ਟੁੱਟ ਗਈ, ਮੁੜ ਕੇ ਲਿਵ ਜੁੜਦੀ ਨਹੀਂ, ਜਿੰਨਾ ਮਰਜ਼ੀ ਯਤਨ ਕਰ ਲਓ, ਕਿਉਂਕਿ ਮਾਇਆ ਨੇ ਐਸਾ ਭਰਮਾ ਲਿਆ। ਮਾਇਆ ਚਿੱਤ ਭਰਮੇਣ, ਉਹਨੇ ਚਿੱਤ ਐਸਾ ਭਰਮਾ ਦਿੱਤਾ ਕਿ ਮੁੜ ਕੇ ਨਿਰੰਕਾਰ ਵੱਲ ਧਿਆਨ ਆਉਂਦਾ ਹੀ ਨਹੀਂ, ਮੁੜ ਕੇ ਸੁਰਤ ਜੁੜਦੀ ਨਹੀਂ ਨਿਰੰਕਾਰ ਨਾਲ। ਪਰ ਗੁਰੂ ਅਮਰਦਾਸ ਮਹਾਰਾਜ ਜੀਓ, ਤੁਸੀਂ ਇੰਨੀ ਭਾਵਨਾ ਤੇ ਬਖਸ਼ਿਸ਼ਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਘਰੋਂ ਰਹਿਮਤਾਂ ਹਾਸਲ ਕੀਤੀਆਂ ਕਿ ਤੁਹਾਡੇ ਖੱਬੇ ਹੱਥ ਵਿੱਚ ਉਹ ਰਿੱਧੀਆਂ ਜੜੀਆਂ ਵਸਦੀਆਂ ਨੇ। ਜਿਹਨੇ ਤਿੰਨਾਂ ਲੋਕਾਂ ਨੂੰ ਮੋਇਆ ਹੋਇਆ, ਉਹਨੂੰ ਤੁਸੀਂ ਆਪਣੇ ਹੱਥ ਵਿੱਚ ਕਾਬੂ ਕੀਤਾ ਹੋਇਆ ਹੈ, ਉਹਨੂੰ ਤੁਸੀਂ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਕਿਉਂਕਿ ਜਿਹੜੀ ਇਹ ਮਾਇਆ ਹੈ ਨਾ, ਤ੍ਰੈ ਗੁਣੀ ਮਾਇਆ, ਇਹ ਸੰਸਾਰ ਦੇ ਹਰ ਇੱਕ ਜੀਵ ਨੂੰ ਭਰਮਾਉਂਦੀ ਹੈ। ਮੋਹ ਜਾਲ ਦੇ ਵਿੱਚ ਇਹਨੂੰ ਪਾ ਕੇ ਤੇ ਕੁਰਾਹੇ ਪਾ ਦਿੰਦੀ ਹੈ। ਪਰ ਉਹੀ ਮਾਇਆ ਜਿਹੜੀ ਹੈ ਭਗਤਾਂ ਦੀ ਦਾਸੀ ਹੈ। ਉਹੀ ਭਗਤਾਂ ਦੀ ਦਾਸੀ ਬਣ ਕੇ ਭਗਤਾਂ ਦੇ ਹੁਕਮ ਵਿੱਚ ਚੱਲਦੀ ਹੈ, ਤੇ ਉਹੀ ਮਾਇਆ ਸੰਸਾਰੀਆਂ ਨੂੰ ਮੋਹ ਜਾਲ ਵਿੱਚ ਪਾ ਕੇ ਉਹਨਾਂ ਤੋਂ ਵਿਕਾਰ ਕਰਾਉਂਦੀ ਹੈ, ਉਹਨਾਂ ਤੋਂ ਮਾੜੇ ਕਰਮ ਕਰਾਉਂਦੀ ਹੈ। ਮਾਇਆ ਪਿੱਛੇ ਬੰਦਾ ਕੀ ਨਹੀਂ ਕਰਦਾ? ਹਰ ਮਾੜੇ ਤੋਂ ਮਾੜਾ ਕਰਮ ਅੱਜ ਸੰਸਾਰ ਵਿੱਚ ਬੰਦਾ ਕਰ ਰਿਹਾ ਹੈ, ਸਿਰਫ ਮਾਇਆ ਦੀ ਖਾਤਰ। ਹਰ ਬੁਰੇ ਤੋਂ ਬੁਰਾ ਕਰਮ ਕਰਨ ਵਾਸਤੇ ਤਿਆਰ ਹੈ, ਸਿਰਫ ਮਾਇਆ ਦੀ ਖਾਤਰ। ਉਹੀ ਮਾਇਆ ਭਗਤਾਂ ਦੀ ਦਾਸੀ ਬਣ ਕੇ ਉਹਦੇ ਹੁਕਮ ਵਿੱਚ ਚੱਲਦੀ। ਇਹੀ ਕਾਰਨ ਸੀ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸੰਸਾਰੀਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਰੱਖਦੀ ਹੈ, ਮੋਹ ਵਿੱਚ ਪਾ ਕੇ ਰੱਖਦੀ ਹੈ, ਤੇ ਭਗਤਾਂ ਦੀ ਦਾਸੀ ਬਣ ਕੇ ਤੇ ਉਹਨਾਂ ਦੇ ਹੁਕਮ ਵਿੱਚ ਚੱਲਦੀ ਹੈ। ਹੁਣ ਅਸੀਂ ਉਹ ਰਾਹ ਚੱਲੀਏ ਜਿਹਦੇ ਨਾਲ ਇਹ ਸਾਡੇ ਜਿਹੜੀ ਹੈ ਸਾਡੇ ਹੁਕਮ ਵਿੱਚ ਚੱਲੇ। ਅਸੀਂ ਇਹਦੇ ਭਗਤ ਬਣ ਕੇ ਨਹੀਂ, ਇਹ ਸਾਡੇ ਚਰਨਾਂ ਦੀ ਦਾਸੀ ਬਣ ਜਾਏ। ਉਹ ਕਿਵੇਂ ਹੋਏਗਾ? ਜਦੋਂ ਅਸੀਂ ਬ੍ਰਹਮ ਗਿਆਨ ਵਾਲੇ ਰਸਤੇ ਤੁਰਾਂਗੇ, ਜਦੋਂ ਅਸੀਂ ਸੰਸਾਰ ਵਾਲੇ ਨਹੀਂ ਨਿਰੰਕਾਰ ਵਾਲੇ ਰਸਤੇ ਤੁਰਾਂਗੇ, ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਮੱਤ ਲੈ ਕੇ, ਆਪਣੀ ਮੱਤ ਛੱਡ ਕੇ ਗੁਰੂ ਸਾਹਿਬ ਦੀ ਮੱਤ ਲੈ ਕੇ ਚੱਲਾਂਗੇ, ਫਿਰ ਸਾਨੂੰ ਇਹਨਾਂ ਮਗਰ ਚੱਲਣ ਦੀ ਲੋੜ ਨਹੀਂ। ਫਿਰ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ। ਫਿਰ ਸਾਨੂੰ ਇਹਨਾਂ ਮਗਰ ਭੱਜਣ ਦੌੜਨ ਦੀ ਲੋੜ ਨਹੀਂ, ਇਹ ਸਾਡੇ ਮਗਰ। ਬਸ ਆਪਣਾ ਜੀਵਨ ਬਦਲੋ, ਆਪਣੀ ਸੋਚ ਬਦਲਣ ਦੀ ਲੋੜ ਹੈ, ਆਪਣਾ ਰਸਤਾ ਬਦਲਣ ਦੀ ਲੋੜ ਹੈ। ਗੁਰੂ ਅਮਰਦਾਸ ਮਹਾਰਾਜ ਜੀਓ, ਤੁਸੀਂ ਸੱਜੇ ਹੱਥ ਦੇ ਵਿੱਚ ਵੱਲ ਤੁਹਾਡੇ ਸਿੱਧੀਆਂ ਨੇ, ਤੇ ਖੱਬੇ ਹੱਥ ਵਿੱਚ ਉਹ ਰਿੱਧੀਆਂ ਨੇ ਜਿਹਨੇ ਤਿੰਨਾਂ ਲੋਕਾਂ ਨੂੰ ਮੋਇਆ ਹੋਇਆ ਹੈ, ਪਰ ਤੁਸੀਂ ਉਹਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਉਹ ਤੁਹਾਡੇ ਉੱਤੇ ਪ੍ਰਭਾਵ ਨਹੀਂ ਪਾ ਸਕਦੀ। ਤ੍ਰੈ ਗੁਣੀ ਮਾਇਆ ਤੁਹਾਡੇ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਕਿਉਂ? ਕਿਉਂਕਿ ਤੁਸੀਂ ਬ੍ਰਹਮ ਗਿਆਨ ਹਾਸਲ ਕਰਕੇ, ਤੁਸੀਂ ਨਾਮ ਦੀ ਕਮਾਈ ਕਰਕੇ ਉਹਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਹਿਰਦੈ ਬਸੈ ਅਕਹਿਓ ਸੋਏ ਰਸ ਤਿਨਹੀ ਜਤ। ਜਾਂ ਇਦਾਂ ਕਹਿ ਲਈਏ ਕਿ ਮਹਾਰਾਜ ਜੀ ਤੁਹਾਡੇ ਖੱਬੇ ਹੱਥ ਰਿੱਧੀਆਂ ਖਲੋਤੀਆਂ ਨੇ, ਔਰ ਤੁਹਾਡੇ ਸੱਜੇ ਹੱਥ ਸਿੱਧੀਆਂ ਖਲੋਤੀਆਂ ਨੇ, ਤੇ ਦੋਵੇਂ ਤੁਹਾਡੇ ਵੱਲ ਮੁਖ ਵੱਲ ਵੇਖ ਰਹੀਆਂ ਨੇ ਕਿ ਤੁਸੀਂ ਜੇ ਖੱਬੇ ਵਾਲੇ ਪਾਸੇ ਨੂੰ ਇਸ਼ਾਰਾ ਕਰੋ
ਤੇ ਰਿੱਧੀਆਂ ਤੁਹਾਡੇ ਘਰ ਵਿੱਚ ਆਉਣ ਵਾਲੇ ਜਿੰਨੇ ਵੀ ਨੇ ਪਿਆਰ ਵਾਲੇ, ਉਹਨਾਂ ਦੀ ਝੋਲੀ ਵਿੱਚ ਇਹ ਰਿੱਧੀਆਂ ਪੈ ਜਾਣਗੀਆਂ। ਤੇ ਜੇ ਤੁਸੀਂ ਸੱਜੇ ਵਾਲੇ ਪਾਸੇ ਨੂੰ ਇਸ਼ਾਰਾ ਕਰੋ ਤੇ ਸਿੱਧੀਆਂ ਤੁਹਾਡੇ ਚਰਨਾਂ 'ਚ ਜਿਹੜੇ ਪਿਆਰ ਵਾਲੇ ਆਉਣ ਵਾਲੇ ਨੇ ਗੁਰਮੁਖ ਜਨ, ਉਹਨਾਂ ਦੀ ਝੋਲੀ ਵਿੱਚ ਪੈ ਜਾਣਗੀਆਂ। ਪਰ ਇਹ ਦੋਵੇਂ ਬਖਸ਼ਿਸ਼ਾਂ ਤੁਸੀਂ ਕਿਵੇਂ ਪ੍ਰਾਪਤ ਕੀਤੀਆਂ? ਕਿਉਂਕਿ ਹਿਰਦੈ ਬਸੈ ਆ ਕਹੀਓ, ਐੜੇ ਨੂੰ ਵੱਖਰਾ ਕਰਕੇ ਆ ਕਹੀਓ, ਜਿਹਨੂੰ ਕਥਨ ਨਹੀਂ ਕੀਤਾ ਜਾ ਸਕਦਾ। ਐੜਾ ਨਾ ਵਾਚਕ ਹੈ, ਜਿਹਨੂੰ ਕਥਨ ਨਹੀਂ ਕੀਤਾ ਜਾ ਸਕਦਾ। ਕਥਨਾ ਕਥੀ ਨਾ ਆਵੇ ਟੋਟ, ਜਿਹਨੂੰ ਕਥਨ ਕਰ ਕਰ ਕਰਕੇ ਵੀ ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਜੋ ਅਕਥ ਹੈ, ਕਥਨ ਤੋਂ ਪਰੇ ਹੈ। ਤੁਸੀਂ ਉਸ ਅਕਥ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਹੈ। ਔਰ ਸੋਏ ਰਸ ਤਿਨ ਹੀ ਜਾਤੋ, ਤੁਸੀਂ ਉਸ ਰਸ ਨੂੰ ਪ੍ਰਾਪਤ ਕਰ ਲਿਆ, ਉਸ ਰਸ ਨੂੰ ਜਾਣ ਲਿਆ, ਜਿਸ ਰਸ ਨੂੰ ਚੱਖ ਕੇ ਅੰਦਰ ਬਿਸਮਾਦ ਦੀ ਅਵਸਥਾ ਬਣਦੀ ਹੈ। ਜਿਸ ਰਸ ਨੂੰ ਚੱਖ ਕੇ ਅੰਦਰੋਂ ਵਿਕਾਰਾਂ ਵਾਲਾ ਰਸ ਜਿਹੜਾ ਅੰਦਰ ਦੀ ਜ਼ਹਿਰ ਜਿਹੜੀ ਹੈ ਉਹ ਵੀ ਅੰਮ੍ਰਿਤ ਬਣ ਜਾਂਦੀ ਹੈ। ਤੁਸੀਂ ਉਸ ਰਸ ਨੂੰ ਜਾਣਿਆ, ਉਸ ਰਸ ਨੂੰ ਮਾਣਿਆ ਔਰ ਉਸ ਰਸ ਨੂੰ ਪ੍ਰਾਪਤ ਕੀਤਾ ਹੈ। ਕਦੋਂ ਕੀਤਾ ਹੈ? ਹਿਰਦੈ ਬਸੈ, ਜਦੋਂ ਤੁਹਾਡੇ ਹਿਰਦੇ ਵਿੱਚ ਉਸ ਅਕਥ ਪਰਮੇਸ਼ਵਰ ਦਾ ਨਾਮ ਵਸਿਆ ਤੇ ਤੁਸੀਂ ਉਸ ਰਸ ਨੂੰ ਪ੍ਰਾਪਤ ਕਰ ਲਿਆ, ਜਿਸ ਰਸ ਨੂੰ ਪ੍ਰਾਪਤ ਕਰਕੇ ਅੰਦਰ ਬਿਸਮਾਦ ਵਾਲੀ ਅਵਸਥਾ ਬਣ ਜਾਂਦੀ ਹੈ। ਸਾਨੂੰ ਵੀ ਇਹੀ ਸਮਝਾਇਆ ਅੰਮ੍ਰਿਤ ਬਾਣੀ ਵਿੱਚ ਕਿ ਜਿੰਨੇ ਤੂੰ ਹੋਰ ਹੋਰ ਰਸ ਚੱਖ ਰਿਹਾ ਹੈ, ਇਹਨੇ ਤੇਰੇ ਅੰਦਰ ਦੀ ਤ੍ਰਿਸ਼ਨਾ ਨਹੀਂ ਮੁਕਾਉਣੀ। ਆਨ ਰਸਾ ਜੇਤੇ ਤੈ ਚੱਖ ਹੈ, ਨਿਮਖ ਨ ਤ੍ਰਿਸ਼ਨਾ ਤੇਰੀ ਲੱਥ ਹੈ। ਹਰ ਰਸ ਕਾ ਤੂੰ ਚੱਖੈ ਸਾਧ, ਚਾਖਤ ਹੋਏ ਰਹੇ ਬਿਸਮਾਦ। ਕਹਿੰਦੇ ਹੋਰ ਹੋਰ ਰਸ ਜਿਹੜੇ ਤੂੰ ਚੱਖ ਰਿਹਾ ਨਾ, ਉਹਦੇ ਨਾਲ ਤੇਰੇ ਅੰਦਰ ਸਬਰ ਤੇ ਸੰਤੋਖ ਨਹੀਂ ਆਏਗਾ, ਉਹਦੇ ਨਾਲ ਤੇਰੇ ਮਨ ਵਿੱਚ ਸੰਤੁਸ਼ਟੀ ਨਹੀਂ ਆਏਗੀ, ਉਹਦੇ ਨਾਲ ਤੇਰਾ ਮਨ ਸੰਤੁਸ਼ਟ ਨਹੀਂ ਹੋਏਗਾ, ਸਗੋਂ ਤ੍ਰਿਸ਼ਨਾ ਵੱਧਦੀ ਜਾਏਗੀ, ਵੱਧਦੀ ਜਾਏਗੀ। ਹਾਂ, ਜੇ ਤੂੰ ਹਰੀ ਦੇ ਨਾਮ ਦਾ ਰਸ, ਗੁਰਬਾਣੀ ਵਿੱਚ ਜਿਹੜਾ ਰਸ ਹੈ ਉਹਨੂੰ ਤੂੰ ਚੱਖ ਲਵੇਂ ਤਾਂ ਉਹ ਚੱਖਦਿਆਂ ਤੂੰ ਅੰਦਰ ਬਿਸਮਾਦ ਵਿੱਚ ਚਲਾ ਜਾਏਗਾ। ਭਾਵ ਤੇਰੇ ਅੰਦਰ ਮਨ ਸੰਤੁਸ਼ਟ ਹੋ ਜਾਏਗਾ, ਸਬਰ ਸੰਤੋਖ ਆ ਜਾਏਗਾ, ਤੇਰੇ ਅੰਦਰ ਦੀ ਤ੍ਰਿਸ਼ਨਾ ਮੁੱਕ ਜਾਏਗੀ। ਗੁਰੂ ਅਮਰਦਾਸ ਮਹਾਰਾਜ ਜੀਓ, ਸੋਏ ਰਸ ਤਿੰਨ ਹੀ ਜਾਤੋ। ਉਹ ਰਸ, ਸੋਏ ਦਾ ਅਰਥ ਕਰਾਂਗੇ ਉਹ ਰਸ ਜਿਹੜਾ ਗੁਰਬਾਣੀ ਦੇ ਵਿੱਚ ਹੈ, ਜਿਹੜਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਹੈ। ਤੁਸੀਂ ਉਸ ਰਸ ਨੂੰ ਜਾਤੋ ਜਾਣਿਆ ਔਰ ਉਸ ਰਸ ਨੂੰ ਮਾਣਿਆ, ਉਸ ਰਸ ਨੂੰ ਜਾਣਿਆ ਤੇ ਮਾਣਿਆ ਜਿਹਦੇ ਨਾਲ ਤੁਹਾਡੇ ਹਿਰਦੇ ਵਿੱਚ ਉਸ ਅਕਥ ਪਰਮੇਸ਼ਵਰ ਦਾ ਨਾਮ ਆ ਕੇ ਵਸ ਗਿਆ। ਤੇ ਜਿਹਦੇ ਹਿਰਦੇ ਵਿੱਚ ਨਾਮ ਵਸਿਆ, ਰਿੱਧੀਆਂ ਸਿੱਧੀਆਂ ਉਹਦੇ ਅੱਗੇ ਹੱਥ ਜੋੜ ਕੇ ਖਲੋ ਗਈਆਂ। ਉਹਦੇ ਸੱਜੇ ਖੱਬੇ ਰਿੱਧੀਆਂ ਸਿੱਧੀਆਂ ਜੜੀਆਂ ਨੇ ਉਹ ਖਲੋ ਗਈਆਂ। ਭਾਵ ਹੁਣ ਉਹਦੇ ਤੋਂ ਬਾਹਰ ਨਹੀਂ ਹੁੰਦੀਆਂ। ਮਾਇਆ ਜੜੀ ਸੀ ਉਹਦੀ ਦਾਸੀ ਬਣ ਗਈ, ਉਹਦੇ ਹੁਕਮ ਵਿੱਚ ਚੱਲਦੀ ਹੈ, ਉਹਦੇ ਤੋਂ ਬਾਹਰ ਹੋ ਕੇ ਨਹੀਂ ਚੱਲਦੀ। ਗੁਰੂ ਅਮਰਦਾਸ ਮਹਾਰਾਜ, ਤੁਸੀਂ ਆਪਣਾ ਜੀਵਨ ਜਿਹੜਾ ਹੈ ਇਸ ਰੂਪ ਦੇ ਵਿੱਚ ਬਣਾਇਆ ਹੈ। ਮੁਖ ਭਗਤ ਉਚਰੈ, ਅਮਰ ਗੁਰ ਇਤ ਰੰਗ ਰਤ। ਗੁਰੂ ਅਮਰਦਾਸ ਜੀ ਜੇ ਭੱਟ ਕਹਿ ਰਹੇ ਨੇ ਕਿ ਬਾਰਜ ਕਰ ਦਾਹਣੈ, ਸਿਧ ਸਨਮੁਖ ਮੁਖ ਜੋਵੈ। ਰਿੱਧ ਬਸੈ ਬਾਵਾਂਗ, ਜੋ ਤੀਨ ਲੋਕਾਂਤਰ ਮੋਹ ਹੈ। ਇਹ ਦੋਵੇਂ ਬਖਸ਼ਿਸ਼ਾਂ ਜਿਹੜੀਆਂ ਖੱਬੇ ਸੱਜੇ ਤੁਹਾਨੂੰ ਮਿਲੀਆਂ ਨੇ, ਉਹ ਕਿਵੇਂ ਮਿਲੀਆਂ ਨੇ? ਇੱਕ ਤਾਂ ਸੋਏ ਰਸ ਤਿੰਨ ਹੀ ਜਾਤੋ, ਤੁਸੀਂ ਗੁਰਬਾਣੀ ਵਿੱਚੋਂ ਉਹ ਰਸ ਜਿਹੜਾ ਸੀ ਜਾਣ ਕੇ ਉਹਨੂੰ ਮਾਣਿਆ ਅੰਦਰ। ਦੂਜੀ ਗੱਲ, ਮੁਖੋਂ ਭਗਤ ਉਚਰੈ, ਭਗਤ ਦੇ ਤੱਤੇ ਨੂੰ ਸਿਹਾਰੀ ਹੈ ਭਗਤੀ। ਤੁਹਾਡੇ ਅੰਦਰ ਜਿਹੜਾ ਭਗਤੀ ਦਾ ਜਾਗ ਲੱਗਾ ਹੋਇਆ ਨਾ, ਉਸ ਭਗਤੀ ਦੇ ਜਾਗ ਲੱਗਣ ਨਾਲ ਮੁਖੋਂ ਭਗਤ ਉਚਰੈ, ਤੁਸੀਂ ਆਪਣੇ ਮੁਖ ਤੋਂ ਹਰ ਵੇਲੇ ਪਰਮੇਸ਼ਵਰ ਦਾ ਨਾਮ ਉਚਾਰਨ ਕਰਦੇ ਰਹਿੰਦੇ ਹੋ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਅੰਦਰ ਪਰਮੇਸ਼ਵਰ ਦਾ ਨਾਮ ਚੱਲਦਾ ਰਹਿੰਦਾ ਹੈ। ਤੁਹਾਡੇ ਮੁਖ ਤੋਂ
ਹਰ ਵੇਲੇ ਉਹਦਾ ਨਾਮ ਉਚਾਰਨ ਹੁੰਦਾ ਰਹਿੰਦਾ ਹੈ। ਅਮਰ ਗੁਰ ਇਤ ਰੰਗ ਰਾਤੋ, हे ਗੁਰੂ ਅਮਰਦਾਸ ਪਾਤਸ਼ਾਹ ਜੀ, ਤੁਸੀਂ ਆ ਨਾਮ ਦੇ ਰੰਗ ਵਿੱਚ ਰਤੇ ਹੋਏ ਹੋ। ਤੁਹਾਡਾ ਰੋਮ ਰੋਮ ਨਾਮ ਦੇ ਰੰਗ ਵਿੱਚ ਰਤਿਆ ਗਿਆ ਹੈ ਤੇ ਜਿਹਦੇ ਨਾਲ ਤੁਹਾਡੇ ਅੰਦਰ ਭਗਤੀ ਦਾ ਜਾਗ ਲੱਗਾ। ਹਰ ਵੇਲੇ ਤੁਹਾਡੇ ਮੁਖ ਤੇ ਗੁਰਬਾਣੀ ਦਾ ਜਾਪ ਚੱਲਦਾ ਰਹਿੰਦਾ ਹੈ। ਤੁਹਾਡੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਵਸਿਆ। ਤੁਸੀਂ ਅੰਦਰੋਂ ਉਹਦੇ ਨਾਮ ਦਾ ਰਸ ਹਰ ਵੇਲੇ ਮਾਣਦੇ ਰਹਿੰਦੇ ਹੋ, ਜਿਹਦੇ ਕਰਕੇ ਇਹ ਰਿੱਧੀਆਂ ਸਿੱਧੀਆਂ ਤੁਹਾਡੇ ਸੱਜੇ ਖੱਬੇ ਖਲੋ ਕੇ ਹਰ ਵੇਲੇ ਤੁਹਾਡੇ ਹੁਕਮ ਵਿੱਚ ਚੱਲਣ ਵਾਸਤੇ ਤਿਆਰ ਰਹਿੰਦੀਆਂ ਨੇ, ਕਿਉਂਕਿ ਤੁਸੀਂ ਆਪਣੇ ਅੰਦਰ ਭਗਤੀ ਦਾ ਜਾਗ ਲਾ ਕੇ ਇਤ ਰੰਗ ਰਾਤੋ, ਆਹ ਵਾਲੇ ਰੰਗ ਵਿੱਚ ਤੁਸੀਂ ਰਤੇ ਹੋਏ ਹੋ। ਤੇ ਅੱਜ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵਿੱਚੋਂ ਇਹੀ ਉਪਦੇਸ਼ ਮਿਲਦਾ ਹੈ ਕਿ ਤੁਸੀਂ ਜੇ ਰਸ ਲੈਣਾ ਹੈ ਤੇ ਨਾਮ ਦਾ ਰਸ ਲਓ। ਜੇ ਤੁਸੀਂ ਰੰਗਣਾ ਹੈ ਤੇ ਨਾਮ ਦੇ ਰੰਗ ਵਿੱਚ ਰੰਗੋ। ਬਾਕੀ ਸਾਰੇ ਰੰਗ ਫਿੱਕੇ ਨੇ, ਬਾਕੀ ਸਾਰੇ ਰੰਗ ਜਿੰਨੇ ਵੀ ਨੇ ਉਹਨਾਂ ਵਿੱਚ ਵਾਸ਼ਨਾਵਾਂ ਭਰੀਆਂ ਹੋਈਆਂ ਨੇ, ਵਿਕਾਰ ਭਰੇ ਹੋਏ ਨੇ। ਇੱਕ ਨਾਮ ਦਾ ਰੰਗ ਹੈ ਜਿਹਦੇ ਰੰਗ ਵਿੱਚ ਤੁਸੀਂ ਰੰਗੇ ਜਾਓਗੇ ਤਾਂ ਅੰਦਰ ਕੋਈ ਵੀ ਮਾੜੀਆਂ ਭੈੜੀਆਂ ਵਾਸ਼ਨਾਵਾਂ ਨਹੀਂ ਰਹਿਣਗੀਆਂ ਔਰ ਕੋਈ ਵਿਕਾਰ ਤੁਹਾਡੇ ਅੰਦਰ ਰੰਗ ਵਿਕਾਰ ਪੈਦਾ ਨਹੀਂ ਕਰੇਗਾ। ਬਸ ਇਸ ਰੰਗ ਵਿੱਚ ਰੰਗਣਾ ਹੀ ਤਾਂ ਔਖਾ ਹੈ। ਦੁਨੀਆ ਦੇ ਰੰਗਾਂ ਵਿੱਚ ਰੰਗਣਾ ਬੜਾ ਸੌਖਾ ਹੈ, ਸਮਝਾਉਣਾ ਨਹੀਂ ਪੈਂਦਾ, ਦੱਸਣਾ ਨਹੀਂ ਪੈਂਦਾ, ਵੇਖੋ ਵੇਖੀ ਰੰਗ ਲੱਗਦਾ ਹੈ। ਇੱਥੇ ਕਹਿਣਾ ਪੈਂਦਾ ਵੀ ਨਾਮ ਦੇ ਰੰਗ ਵਿੱਚ ਰੰਗ ਲਓ। ਅੰਮ੍ਰਿਤ ਬਾਣੀ ਦਾ ਅਭਿਆਸ ਕਰ ਲਓ, ਨਿਤਨੇਮ ਕਰ ਲਓ, ਸਤ ਸੰਗਤ ਕਰ ਲਓ। ਉਹ ਬਾਰ-ਬਾਰ ਰਿਪੀਟ ਕਰਨਾ ਪੈਂਦਾ ਹੈ ਕਿਉਂਕਿ ਇਹ ਰੰਗ ਛੇਤੀ ਚੜ੍ਹਦਾ ਨਹੀਂ। ਦੋ ਰੰਗ ਦੀ ਤੁਲਨਾ ਗੁਰਬਾਣੀ ਵਿੱਚ ਕੀਤੀ ਹੈ ਨਾ, ਇੱਕ ਕੱਚੇ ਰੰਗ ਨਾਲ, ਇੱਕ ਪੱਕੇ ਰੰਗ ਨਾਲ। ਕੱਚਾ ਰੰਗ ਕਸੁੰਭ ਕਾ, ਕਹਿਣ ਲੱਗੇ ਕਸੁੰਭ ਦਾ ਰੰਗ ਕੱਚਾ ਹੁੰਦਾ ਹੈ, ਚੜ੍ਹਦਾ ਵੀ ਛੇਤੀ ਹੈ ਤੇ ਉਤਰਦਾ ਵੀ ਛੇਤੀ ਹੈ। ਪਰ ਜਿਹੜਾ ਮਜੀਠਾ ਰੰਗ ਹੈ ਉਹਨੂੰ ਚੜ੍ਹਦਾ ਵੀ ਜਿਹੜਾ ਹੈ ਔਖਾ ਹੈ, ਤੇ ਜੇ ਚੜ੍ਹ ਜਾਏ ਤੇ ਮੁੜ ਕੇ ਉਤਰਦਾ ਵੀ ਕੋਈ ਨਹੀਂ। ਦੋ ਤਰ੍ਹਾਂ ਦੀ ਉਦਾਹਰਨ ਗੁਰਬਾਣੀ ਵਿੱਚ ਦਿੱਤੀ। ਮਹਾਰਾਜ ਕਹਿੰਦੇ ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁਠੈ ਹਰ ਰੰਗ ਚਾੜਿਆ, ਬਹੁਰ ਨ ਹੋਵੀ ਭੰਗ। ਕਹਿੰਦੇ ਨੇ ਗੁਰੂ ਤੁਰੁੱਠ ਕੇ ਇਹ ਰੰਗ ਨਾਮ ਦਾ ਚਾੜਦਾ। ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ, ਗੁਰੂ ਅਮਰਦਾਸ ਜੀ ਤੁਹਾਡੇ ਅੰਦਰ ਤੁਰੁੱਠ ਕੇ ਇਹ ਨਾਮ ਦਾ ਰੰਗ ਲਾ ਦਿੱਤਾ। ਔਰ ਐਸਾ ਤੁਸੀਂ ਨਾਮ ਦੇ ਰੰਗ ਵਿੱਚ ਅੰਦਰੋਂ ਰੰਗੇ ਗਏ, ਐਸਾ ਨਾਮ ਦਾ ਰੰਗ ਤੁਹਾਡੇ ਅੰਦਰ ਚੜ ਗਿਆ ਕਿ ਤੁਹਾਡੇ ਅੰਦਰ ਭਗਤੀ ਦਾ ਜਿਹੜਾ ਜਾਗ ਲੱਗਾ ਸੀ, ਮੁਖੋਂ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ। ਤੁਸੀਂ ਆਹ ਨਾਮ ਦੇ ਰੰਗ ਵਿੱਚ ਰਤੇ ਹੋਏ ਹਰ ਵੇਲੇ ਆਪਣੇ ਮੁਖ ਤੋਂ ਭਗਤੀ ਦਾ ਉਚਾਰਨ ਭਾਵ ਉਹਦੇ ਨਾਮ ਦਾ ਅਭਿਆਸ ਤੁਹਾਡੇ ਹਰ ਵੇਲੇ ਚੱਲਦਾ ਰਹਿੰਦਾ ਹੈ। ਹਰ ਵੇਲੇ ਤੁਸੀਂ ਉਹਦਾ ਨਾਮ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਉਚਾਰਨ ਕਰਦੇ ਰਹਿੰਦੇ ਹੋ। ਮਸਤਕ ਨਿਸ਼ਾਨ ਸੱਚੋ ਕਰਮ, ਕਲਹ ਜੋੜ ਕਰ ਧਿਆਇਓ। ਗੁਰੂ ਅਮਰਦਾਸ ਪਾਤਸ਼ਾਹ ਜੀ ਕਲ ਜੋੜ ਕਰ ਧਿਆਇਓ। ਕਲ ਜਿਹੜੇ ਭੱਟ ਦਾ ਨਾਮ ਹੈ, ਭੱਟ ਕਲ ਜੀ ਕਹਿੰਦੇ ਮੈਂ ਦੋਨੋਂ ਹੱਥ ਜੋੜ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਹਾਨੂੰ ਬਾਰ-ਬਾਰ ਧਿਆ ਰਿਹਾ ਹਾਂ, ਬਾਰ-ਬਾਰ ਤੁਹਾਨੂੰ ਚੇਤੇ ਕਰ ਰਿਹਾ ਹਾਂ, ਬਾਰ-ਬਾਰ ਜਿਹੜਾ ਆਪਣੀ ਰਸਨਾ ਤੋਂ ਤੁਹਾਡਾ ਨਾਮ ਜਿਹੜਾ ਮੈਂ ਉਹ ਜਪ ਰਿਹਾ ਹਾਂ। ਮਸਤਕ ਨਿਸ਼ਾਨ ਸੱਚੋ ਕਰਮ, ਤੁਹਾਡੇ ਮਸਤਕ ਦੇ ਉੱਤੇ ਉਸ ਪਰਮੇਸ਼ਵਰ ਦੇ ਨਾਮ ਦਾ ਨਿਸ਼ਾਨ ਹੈ। ਮੋਹਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੇ ਮਸਤਕ ਤੇ ਨਾਮ ਦੀ ਮੋਹਰ ਲੱਗੀ ਹੈ। ਸੱਚੋ ਕਰਮ, ਕਰਮ ਦੇ ਮਾਂ ਅੱਖਰ ਨੂੰ ਔਂਕੜ ਹੈ, ਇਹਦਾ ਅਰਥ ਹੈ ਬਖਸ਼ਿਸ਼। ਸੱਚੋ ਕਰਮ ਦਾ ਅਰਥ ਹੈ ਸੱਚੀ ਨਾਮ ਦੀ ਬਖਸ਼ਿਸ਼ ਜਿਹੜੀ ਤੁਹਾਨੂੰ ਮਿਲੀ ਹੈ। ਜਾਂ ਸੱਚ ਦੇ ਘਰ ਵਿੱਚੋਂ, ਸੱਚ ਕੌਣ ਹੈ? ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਵੀ ਸੱਚ। ਜਿਹੜਾ ਸਦੀਵੀ ਸੱਚ ਹੈ
ਉਸ ਸੱਚ ਦੇ ਘਰ ਵਿੱਚੋਂ ਜਦੋਂ ਕਰਮ ਬਖਸ਼ਿਸ਼ ਤੁਹਾਨੂੰ ਮਿਲੀ ਤਾਂ ਮਸਤਕ ਨਿਸ਼ਾਨ, ਮਸਤਕ ਦੇ ਉੱਤੇ ਤੁਹਾਡੇ ਨਾਮ ਦੀ ਮੋਹਰ ਲੱਗ ਗਈ। ਨਾਮ ਦਾ ਨਿਸ਼ਾਨ ਤੁਹਾਡੇ ਮਸਤਕ ਦੇ ਉੱਤੇ ਹੈ। ਇਸ ਲਈ ਜਿਹੜਾ ਤੁਹਾਡੇ ਦੀਦਾਰ ਕਰਦਾ ਹੈ, ਤੁਹਾਡੇ ਦਰਸ਼ਨ ਕਰਦਾ ਹੈ, ਤੁਹਾਡੇ ਮਸਤਕ ਤੇ ਨਾਮ ਦੀ ਮੋਹਰ ਦੀ ਚਮਕ ਵੇਖਦਾ ਹੈ, ਮਹਾਰਾਜ ਜੀ ਤੁਹਾਡੇ ਦੀਦਾਰ ਕਰਨ ਵਾਲਿਆਂ ਦੇ ਅੰਦਰ ਜਿਹੜਾ ਵਿਕਾਰ ਨੇ ਉਹ ਵਿਕਾਰਾਂ ਦੀ ਮੱਲ ਧੁੱਪ ਜਾਂਦੀ ਹੈ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਭੱਟ ਕਲ ਜੀ ਕਹਿੰਦੇ ਮੈਂ ਹੱਥ ਜੋੜ ਕੇ ਤੁਹਾਨੂੰ ਧਿਆਰਿਆ ਹਾਂ, ਕਿਉਂਕਿ ਤੁਹਾਡੇ ਮੁਖ ਵਿੱਚ ਭਗਤੀ ਦਾ ਜਿਹੜਾ ਉਹ ਰੰਗ ਲੱਗਾ ਹੈ। ਹਰ ਵੇਲੇ ਭਗਤੀ ਦੇ ਵਿੱਚ ਨਾਮ ਉਚਾਰਨ ਹੁੰਦਾ ਰਹਿੰਦਾ ਹੈ, ਅੰਦਰ ਨਾਮ ਦਾ ਰੰਗ ਲੱਗਾ ਹੋਇਆ ਹੈ, ਮਸਤਕ ਤੇ ਤੁਹਾਡੇ ਬਖਸ਼ਿਸ਼ ਦੀ ਮੋਹਰ ਲੱਗੀ ਹੋਈ ਹੈ, ਔਰ ਸੱਜੇ ਖੱਬੇ ਤੁਹਾਡੇ ਰਿੱਧੀਆਂ ਤੇ ਸਿੱਧੀਆਂ ਜੜੀਆਂ ਹਰ ਵੇਲੇ ਤੁਹਾਡੇ ਹੁਕਮ ਵਿੱਚ ਤਿਆਰ ਬਰ ਤਿਆਰ ਰਹਿੰਦੀਆਂ ਨੇ। ਇਸ ਲਈ ਕਲ ਜੋੜ ਕਰ ਧਿਆਇਓ। ਭੱਟ ਕਲ ਜੀ ਕਹਿੰਦੇ ਮੈਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਆਪ ਜੀ ਨੂੰ ਧਿਆਉਣਾ ਹਾਂ। ਪਰਸਿਓ ਗੁਰੂ ਸਤਿਗੁਰ ਤਿਲਕ, ਸਰਬ ਇਸ਼ ਤਿਨ ਪਾਇਓ। ਭੱਟ ਕਲ ਜੀ ਨੇ ਆਪਣੀ ਗੱਲ ਕਰਦਿਆਂ ਫਿਰ ਸਾਡੀ ਤੁਹਾਡੀ ਸਾਰਿਆਂ ਦੀ ਗੱਲ ਕੀਤੀ। ਕਹਿਣ ਲੱਗੇ ਵੀ ਮੈਂ ਹੱਥ ਜੋੜ ਕੇ ਐਸੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਧਿਆਉਂਦਾ, ਉਹਨਾਂ ਦੇ ਨਾਮ ਨੂੰ ਜਪਦਾ। ਔਰ ਪਰਸਿਓ ਦਾ ਅਰਥ ਹੈ ਜਿਨੇ ਵੀ ਗੁਰੂ ਅਮਰਦਾਸ ਜੀ ਤੁਹਾਡੇ ਚਰਨਾਂ ਨੂੰ ਪਰਸਿਆ ਹੈ। ਜਿਹੜਾ ਵੀ ਤੁਹਾਡੇ ਚਰਨਾਂ ਨੂੰ ਪਰਸੇਗਾ ਜਾਂ ਜਿਨੇ ਪਰਸਿਆ ਹੈ, ਤੁਹਾਡੇ ਚਰਨਾਂ ਨਾਲ ਜੁੜਨਾ ਕੀਤਾ ਹੈ। ਪਰਸਿਓ ਗੁਰੂ ਸਤਿਗੁਰ ਤਿਲਕ। ਤਿਲਕ ਦਾ ਮਤਲਬ ਇਹ ਨਹੀਂ ਕਿ ਗੁਰੂ ਅਮਰਦਾਸ ਜੀ ਦੇ ਮੱਥੇ ਤੇ ਕੋਈ ਤਿਲਕ ਲੱਗਾ ਸੀ ਵੱਡਾ ਸਾਰਾ, ਨਹੀਂ। ਤਿਲਕ ਦਾ ਅਰਥ ਵੀ ਨਿਸ਼ਾਨ ਹੈ। ਤਿਲਕ ਦਾ ਅਰਥ ਵੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮੋਹਰ ਤੁਹਾਡੇ ਉੱਤੇ ਲੱਗੀ ਹੈ। ਤੁਸੀਂ ਗੁਰ ਔਰ ਸਤਿਗੁਰ ਦਾ ਰੂਪ ਹੋ। ਇਹਦਾ ਮਤਲਬ ਤਿਲਕ ਦਾ ਅਰਥ ਹੈ ਸ਼੍ਰੋਮਣ ਗੁਰੂ। ਤੁਸੀਂ ਸ਼੍ਰੋਮਣੀ ਸਤਿਗੁਰੂ ਦਾ ਰੂਪ ਹੋ, ਤੁਸੀਂ ਸ਼੍ਰੋਮਣੀ ਗੁਰੂ ਦਾ ਰੂਪ ਹੋ। ਜਿਵੇਂ ਗੁਰੂ ਨਾਨਕ ਸਾਹਿਬ ਜੀ ਬਾਰੇ ਜ਼ਿਕਰ ਕੀਤਾ ਸੀ ਆਪ ਜੀ ਨਾਲ ਕਿ ਗੁਰੂ ਨਾਨਕ ਸਾਹਿਬ ਨੂੰ ਜਗਤ ਗੁਰੂ ਕਹਿੰਦੇ ਨੇ। ਜਾਹਰ ਪੀਰ ਜਗਤ ਗੁਰੂ ਬਾਬਾ। ਜਗਤ ਗੁਰੂ, ਜਗਤ ਦਾ ਅਰਥ ਹੈ ਸਾਰੇ ਸੰਸਾਰ ਦਾ ਜਿਹੜਾ ਗੁਰੂ ਸਰਬ ਸਾਂਝੇ ਤੌਰ ਤੇ ਹੈ ਉਹ ਹੈ ਧੰਨ ਗੁਰੂ ਨਾਨਕ ਸਾਹਿਬ। ਇਹਦਾ ਮਤਲਬ ਸ਼੍ਰੋਮਣ ਕੌਣ ਹੈ? ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਗੁਰੂ ਵਾਲੀ ਸਤਿਗੁਰੂ ਵਾਲੀ ਮੋਹਰ ਹੈ ਨਾ, ਉਹ ਗੁਰੂ ਅਮਰਦਾਸ ਜੀ ਤੁਹਾਡੇ ਮਸਤਕ ਤੇ ਹੈ। ਤੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜ਼ਿੰਮੇਵਾਰੀ ਦਾ ਤਿਲਕ ਹੈ ਉਹ ਤੁਹਾਡੇ ਮਸਤਕ ਤੇ ਹੈ। ਇਸ ਲਈ ਤੁਸੀਂ ਸ਼੍ਰੋਮਣ ਸਤਿਗੁਰੂ ਹੋ, ਤੁਸੀਂ ਸ਼੍ਰੋਮਣੀ ਗੁਰੂ ਹੋ, ਜਿਹਨੂੰ ਅਸੀਂ ਕਹਿੰਦੇ ਹਾਂ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇੱਥੇ ਹੈ ਸਤਿਗੁਰ, ਕਿ ਤੁਸੀਂ ਉਹ ਸਤਿਗੁਰ ਦਾ ਰੂਪ ਹੋ ਜਿਹਨੂੰ ਅਸੀਂ ਸ਼੍ਰੋਮਣੀ ਕਹਿ ਸਕਦੇ ਹਾਂ। ਪਰਸਿਓ ਗੁਰੂ ਸਤਿਗੁਰ ਤਿਲਕ, ਜਿਨ੍ਹਾਂ ਨੇ ਉਸ ਸ਼੍ਰੋਮਣੀ ਗੁਰੂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਰਸਿਆ, ਭਾਵਨਾ ਨਾਲ ਜੁੜਨਾ ਕੀਤਾ। ਸਰਬ ਇੱਛ ਤਿਨ ਪਾਇਓ। ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਉਹਨਾਂ ਦੇ ਮਨ ਦੀ ਕੋਈ ਇੱਛਾ ਬਾਕੀ ਰਹਿ ਨਹੀਂ ਗਈ। ਉਹਨਾਂ ਦੇ ਸਾਰੇ ਮਨ ਦੀ ਆਸ ਪੂਰੀ ਹੋ ਗਈ, ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ ਉਹਨਾਂ ਦੀ। ਹੁਣ ਕਿਉਂ ਹੋਈ? ਕਿਉਂਕਿ ਉਹਨਾਂ ਦੇ ਸੱਜੇ ਖੱਬੇ ਤਾਂ ਰਿੱਧੀਆਂ ਸਿੱਧੀਆਂ ਖਲੋਤੀਆਂ ਨੇ। ਤੇ ਆਪ ਜੀ ਨਾਲ ਪਹਿਲਾਂ ਹੀ ਸਾਂਝ ਪਾਈ ਹੈ, ਸਿੱਧੀ ਦਾ ਅਰਥ ਸਫਲਤਾ ਹੈ ਤੇ ਰਿੱਧੀ ਦਾ ਅਰਥ ਤ੍ਰੈ ਗੁਣੀ ਮਾਇਆ ਹੈ। ਨਾ ਉਹਨਾਂ ਨੂੰ ਮਾਇਆਵੀ ਤਲ ਤੇ ਤੋਟ ਆਉਂਦੀ ਹੈ ਤੇ ਨਾ ਹੀ ਉਹਨਾਂ ਨੂੰ ਅਧਿਆਤਮਕ ਤਲ ਤੇ ਸਫਲਤਾ ਵਿੱਚ ਕੋਈ ਰੁਕਾਵਟ ਪੈਂਦੀ ਹੈ। ਉਹ ਅੰਦਰੋਂ ਵੀ ਸਫਲ ਹੋ ਜਾਂਦੇ ਨੇ, ਬਾਹਰੋਂ ਵੀ ਸਫਲ ਹੋ ਜਾਂਦੇ ਨੇ। ਉਹ ਅੰਦਰੋਂ ਵੀ ਕਾਮਯਾਬ ਹੋ ਜਾਂਦੇ ਨੇ, ਬਾਹਰੋਂ ਵੀ ਕਾਮਯਾਬ। ਜਾਂ ਕਹਿ ਲਓ ਕਿ ਤਨ ਕਰਕੇ ਵੀ ਕੋਈ ਮਨ ਵਿੱਚ ਇੱਛਾ ਨਹੀਂ ਰਹਿ ਜਾਂਦੀ ਤੇ ਅਧਿਆਤਮਕ ਤਲ ਤੇ ਵੀ ਕੋਈ ਮਨ ਵਿੱਚ ਇੱਛਾ ਨਹੀਂ ਰਹਿ ਜਾਂਦੀ। ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਜਿਨ੍ਹਾਂ ਨੇ ਤੁਹਾਡੇ ਚਰਨਾਂ ਨੂੰ ਪਰਸਿਆ ਉਹਨਾਂ ਨੇ ਅਗੰਮ ਪ੍ਰਭੂ ਪਰਮੇਸ਼ਵਰ ਨੂੰ ਪਾ ਲਿਆ
ਤੇ ਜਿਨੇ ਅਗੰਮ ਪਰਮੇਸ਼ਵਰ ਨੂੰ ਪਾਲਿਆ ਸਰਬ ਇੱਛ ਤਿੰਨ ਪਾਇਓ। ਉਹਨਾਂ ਦੀ ਕੋਈ ਇੱਛਾ ਬਾਕੀ ਰਹੀ ਨਹੀਂ ਗਈ। ਅਸੀਂ ਸੰਸਾਰੀ ਲੋਕ ਜਿਹੜੇ ਆ, ਭਗਤ ਤੇ ਸੰਸਾਰੀਆਂ 'ਚ ਫਰਕ ਹੈ, ਕਿਉਂਕਿ ਭਗਤ ਜਨ ਅਰਦਾਸ ਕਰਦੇ ਨੇ ਕਿ ਮਾਲਕ ਜੀ ਸਾਨੂੰ ਕੁਝ ਨਹੀਂ ਚਾਹੀਦਾ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਸਾਨੂੰ ਰਾਜ ਭਾਗ ਕੁਝ ਨਹੀਂ ਚਾਹੀਦਾ, ਸਾਨੂੰ ਤਾਂ ਬਸ ਤੁਹਾਡੇ ਚਰਨਾਂ ਦਾ ਪਿਆਰ ਚਾਹੀਦਾ ਹੈ। ਤੇ ਸੰਸਾਰੀ ਕਹਿੰਦਾ ਤੁਹਾਡੇ ਚਰਨਾਂ ਦਾ ਪਿਆਰ ਕੀ ਕਰਨਾ ਹੈ, ਸਾਨੂੰ ਤਾਂ ਦੁਨੀਆ ਦੇ ਪਦਾਰਥ ਚਾਹੀਦੇ ਨੇ। ਉਹ ਸਿਰਫ ਦੁਨੀਆ ਦੇ ਪਦਾਰਥ ਹੀ ਮੰਗਦਾ ਹੈ ਸੰਸਾਰੀ ਤਲ ਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਵੇਲੇ ਆਨੰਦਪੁਰ ਸਾਹਿਬ ਤੋਂ ਚਾਲੇ ਪਾਏ, ਚਮਕੌਰ ਦੀ ਗੜੀ ਤੋਂ ਹੁੰਦਿਆਂ ਮੁਕਤਸਰ ਸਾਹਿਬ ਦੇ ਅਸਥਾਨ ਤੋਂ ਹੁੰਦਿਆਂ ਆਉਂਦੇ ਨੇ, ਤੇ ਰਸਤੇ ਦੇ ਵਿੱਚ ਜਿਹੜੇ ਬੈਰਾੜ ਉਹ ਕਹਿੰਦੇ ਨੇ ਮਹਾਰਾਜ ਸਾਨੂੰ ਤਨਖਾਹਾਂ ਅੱਜ ਹੀ ਚਾਹੀਦੀਆਂ ਨੇ। ਮਹਾਰਾਜ ਕਹਿੰਦੇ ਸਬਰ ਰੱਖੋ, ਥੋੜਾ ਜਿਹਾ ਸੰਤੋਖ ਸਬਰ ਰੱਖੋ, ਸਬਰ ਦਾ ਫਲ ਮਿੱਠਾ ਹੁੰਦਾ ਹੈ। ਤੁਹਾਨੂੰ ਗਿਣ ਗਿਣ ਕੇ ਅਸੀਂ ਜੋ ਤੁਹਾਡੀਆਂ ਤਨਖਾਹਾਂ ਜ਼ਰੂਰ ਦੇਵਾਂਗੇ, ਪਰ ਸਬਰ ਰੱਖੋ। ਕਹਿੰਦੇ ਮਹਾਰਾਜ ਸਾਡੇ ਕੋਲ ਕੋਈ ਸਬਰ ਨਹੀਂ, ਅਸੀਂ ਨਹੀਂ ਸਬਰ ਰੱਖ ਸਕਦੇ, ਸਾਨੂੰ ਤਾਂ ਹੁਣੇ ਹੀ ਤਨਖਾਹਾਂ ਚਾਹੀਦੀਆਂ ਨੇ। ਮਹਾਰਾਜ ਕਹਿੰਦੇ ਫਿਰ ਇੱਕ ਗੱਲ ਦਾ ਫੈਸਲਾ ਕਰਕੇ ਦੱਸੋ ਕਿ ਤੁਹਾਨੂੰ ਸਿੱਖੀ ਚਾਹੀਦੀ ਹੈ ਕਿ ਧਨ ਚਾਹੀਦਾ ਹੈ। ਪਰਖ ਕੀਤੀ ਗੁਰੂ ਸਾਹਿਬ ਨੇ ਤੇ ਉਹ ਕਹਿਣ ਲੱਗੇ ਮਹਾਰਾਜ ਸਾਨੂੰ ਤੁਹਾਡੀ ਸਿੱਖੀ ਨਹੀਂ ਚਾਹੀਦੀ, ਸਾਨੂੰ ਤਾਂ ਕੱਲਾ ਧਨ ਹੀ ਚਾਹੀਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਫਿਰ ਥੋੜਾ ਇੰਤਜ਼ਾਰ ਕਰੋ। ਇੰਨੇ ਨੂੰ ਇੱਕ ਗੁਰੂ ਕਾ ਸਿੱਖ ਬੋਰੇ ਭਰ ਕੇ ਲਿਆਉਂਦਾ ਧਨ ਦਾ, ਤੇ ਮਹਾਰਾਜ ਕਹਿੰਦੇ ਆਓ ਗਿਣ ਗਿਣ ਕੇ ਲੈ ਲਓ ਆਪਣੀਆਂ ਤਨਖਾਹਾਂ। ਜਿਹੜੇ ਕਹਿੰਦੇ ਸੀ ਸਾਨੂੰ ਸਿੱਖੀ ਨਹੀਂ ਚਾਹੀਦੀ, ਸਾਨੂੰ ਧਨ ਚਾਹੀਦਾ, ਆ ਲਓ ਧਨ ਜਿੰਨਾ ਲੈਣਾ ਆਪਣਾ ਗਿਣ ਗਿਣ ਕੇ ਲੈ ਲਓ। ਭਾਈ ਦਾਨ ਸਿੰਘ ਜਿਹੜਾ ਸੀ ਉਹ ਪਿੱਛੇ ਖਲੋਤਾ ਰਿਹਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦਾਨ ਸਿੰਘ ਤੂੰ ਅੱਗੇ ਆ ਤੇ ਆਪਣੀ ਜਿੰਨੀ ਤਨਖਾਹ ਗਿਣ ਕੇ ਲੈ ਲੈ। ਹੱਥ ਜੋੜ ਕੇ ਕਹਿੰਦਾ ਮਹਾਰਾਜ ਧਨ ਨਹੀਂ, ਮੈਨੂੰ ਤੁਹਾਡੀ ਸਿੱਖੀ ਚਾਹੀਦੀ ਹੈ, ਮੈਨੂੰ ਤੁਹਾਡੇ ਚਰਨਾਂ ਦਾ ਪਿਆਰ ਚਾਹੀਦਾ ਹੈ। ਕਿਉਂਕਿ ਜਿਹਦੇ ਕੋਲ ਸਿੱਖੀ ਹੋਏਗੀ, ਤੁਹਾਡੇ ਚਰਨਾਂ ਦਾ ਪਿਆਰ ਹੋਏਗਾ, ਉਹਨੂੰ ਧਨ ਦੀ ਕਮੀ ਰਹਿ ਨਹੀਂ ਸਕਦੀ। ਮਹਾਰਾਜ ਜੀ ਤੁਹਾਡੇ ਚਰਨਾਂ ਦੀ ਬਖਸ਼ਿਸ਼ ਜਿਹਦੇ ਕੋਲ ਹੋਏਗੀ, ਉਹਦਾ ਲੋਕ ਤੇ ਪਰਲੋਕ ਆਪੇ ਹੀ ਸੁਖੀ ਹੋ ਜਾਣਾ। ਜਿਹੜਾ ਤੁਹਾਡੇ ਉਪਦੇਸ਼ ਵਿੱਚ ਚੱਲੇਗਾ ਉਹ ਤਾਂ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾ। ਉਹ ਤਾਂ ਘਰ ਦੇ ਅੰਦਰ ਵੀ ਸੁਖੀ ਤੇ ਬਾਹਰ ਵੀ ਸੁਖੀ, ਮੈਨੂੰ ਤੁਹਾਡੇ ਚਰਨਾਂ ਦਾ ਪਿਆਰ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੀਨੇ ਨਾਲ ਲਾ ਕੇ ਭਾਈ ਦਾਨ ਸਿੰਘ ਨੂੰ ਬੜੀਆਂ ਬਖਸ਼ਿਸ਼ਾਂ ਦਿੱਤੀਆਂ। ਉਹ ਸਿੱਖੀ ਵੀ ਕਮਾ ਗਿਆ ਤੇ ਧਨ ਵੀ ਲੈ ਗਿਆ, ਪਰ ਜਿਹੜੇ ਬੈਰਾੜ ਸੀ ਉਹ ਸਿੱਖੀ ਛੱਡ ਕੇ ਧਨ ਲੈ ਗਏ। ਇਹ ਸੰਸਾਰੀਆਂ ਤੇ ਭਗਤਾਂ ਵਿੱਚ ਆਹ ਫਰਕ ਹੁੰਦਾ ਹੈ। ਭਗਤ ਜਨ ਕਹਿੰਦੇ ਸਾਨੂੰ ਤਾਂ ਮਾਲਕ ਦੇ ਚਰਨਾਂ ਦਾ ਪਿਆਰ ਚਾਹੀਦਾ ਹੈ, ਕਿਉਂਕਿ ਜੇ ਉਹਦੇ ਚਰਨਾਂ ਦਾ ਪਿਆਰ ਨਾ ਹੋਇਆ ਤਾਂ ਮਿਰਤਕ ਕਹੀਐ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਉਹਨਾਂ ਦੀ ਜ਼ਮੀਰ ਮਰ ਜਾਂਦੀ ਹੈ, ਉਹਨਾਂ ਦੀ ਇਨਸਾਨੀਅਤ ਮਰ। ਜਿਹਦੀ ਜਿਉਂਦਿਆਂ ਜੀ ਜ਼ਮੀਰ ਮਰ ਜਾਏ, ਜਿਹਦੀ ਜਿਉਂਦਿਆਂ ਜੀ ਇਨਸਾਨੀਅਤ ਮਰ ਜਾਏ, ਉਹ ਬੰਦਾ ਕਾਹਦਾ ਹੈ? ਉਹ ਤੇ ਮੁਰਦਾ ਹੀ ਤੁਰਿਆ ਫਿਰਦਾ ਹੈ। ਜੇ ਧਨ ਕਹੀਏ, ਧਨ ਤਾਂ ਮਾੜੇ ਕਰਮ ਕਰਨ ਵਾਲੇ ਜਿਹੜੇ ਨੇ ਉਹਨਾਂ ਕੋਲ ਵੀ ਬੇਸ਼ੁਮਾਰ ਧਨ ਹੁੰਦਾ ਹੈ, ਪਰ ਉਹਨਾਂ ਕੋਲ ਜ਼ਮੀਰ ਨਹੀਂ ਹੁੰਦੀ, ਉਹਨਾਂ ਕੋਲ ਇਨਸਾਨੀਅਤ ਨਹੀਂ ਹੁੰਦੀ। ਇਸ ਲਈ ਜਿਹੜੇ ਭਗਤ ਨੇ ਉਹ ਕਹਿੰਦੇ ਤੁਹਾਡੇ ਚਰਨਾਂ ਦਾ ਪਿਆਰ ਚਾਹੀਦਾ ਹੈ, ਤੇ ਜਿਹੜੇ ਗੁਰੂ ਚਰਨਾਂ ਦਾ ਪਰਮੇਸ਼ਵਰ ਦੇ ਨਾਮ ਦਾ ਪਿਆਰ ਮੰਗਦੇ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਗੁਰੂ ਅਮਰਦਾਸ ਪਾਤਸ਼ਾਹ ਜੀ ਪਰਸਿਓ ਗੁਰੂ ਸਤਿਗੁਰ ਤਿਲਕ। ਸ਼੍ਰੋਮਣੀ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਤੁਹਾਨੂੰ ਸਤਿਗੁਰੂ ਦਾ ਰੂਪ ਜਾਣ ਕੇ ਪਰਸਿਆ, ਤੁਹਾਡੇ ਚਰਨਾਂ ਨੂੰ ਪਰਸਿਆ। ਸਰਬ ਇੱਛ ਤਿੰਨ ਪਾਇਓ, ਉਹਨਾਂ ਨੇ ਸਾਰੀਆਂ ਇੱਛਾਵਾਂ ਦੀ ਪੂਰਤੀ ਕਰ ਲਈ, ਸਾਰੀਆਂ ਇੱਛਾਵਾਂ ਉਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ ਹਨ। ਚਰਨ ਤਾ ਪਰ ਸਕਿਆਥ, ਚਰਨ ਗੁਰ ਅਮਲ ਪਵਲ ਰਹੇ। ਅਗਲੇ ਸਵਈਏ ਦੇ ਵਿੱਚ ਕਹਿ ਰਹੇ ਨੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਅਜੋ ਪਰਮੇਸ਼ਵਰ ਨੇ ਸਾਨੂੰ ਮਨੁੱਖਾ ਢਾਂਚਾ ਦਿੱਤਾ ਹੈ, ਜਿਹਦੇ ਵਿੱਚ ਸਿਰ ਦਿੱਤਾ, ਅੱਖਾਂ ਦਿੱਤੀਆਂ, ਜ਼ੁਬਾਨ ਦਿੱਤੀ,
ਹੱਥ ਦਿੱਤੇ, ਪੈਰ ਦਿੱਤੇ ਨੇ ਸਾਨੂੰ। ਅਸੀਂ ਸੇਵਾ ਔਰ ਸਿਮਰਨ ਨਾਲ ਜੁੜਦੇ ਹਾਂ। ਸੇਵਾ ਤਨ ਨਾਲ ਹੁੰਦੀ ਹੈ, ਸਿਮਰਨ ਮਨ ਨਾਲ ਹੁੰਦਾ ਹੈ। ਮਨ ਨੂੰ ਪਵਿੱਤਰ ਕਰਨ ਲਈ ਸਿਮਰਨ ਚਾਹੀਦਾ ਹੈ, ਤਨ ਨੂੰ ਪਵਿੱਤਰ ਕਰਨ ਲਈ ਸੇਵਾ ਚਾਹੀਦੀ ਹੈ। ਔਰ ਗੁਰੂ ਅਮਰਦਾਸ ਜੀ, ਤੁਸੀਂ ਦੋਵੇਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਗੁਰੂ ਅੰਗਦ ਦੇਵ ਜੀ ਦੇ ਘਰ ਆ ਕੇ ਸੇਵਾ ਵੀ ਤੁਸੀਂ ਰੱਜ ਕੇ ਕੀਤੀ ਤੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਵੀ ਤੁਸੀਂ ਰੱਜ ਕੇ ਕੀਤਾ। ਇਸ ਲਈ ਚਰਨ ਤਾ ਪਰ ਸਕਿਅਥ, ਚਰਨ ਗੁਰ ਅਮਰ ਪਵਲ ਰਹੇ। ਕਹਿੰਦੇ ਨੇ ਉਹ ਚਰਨ, ਉਹ ਪੈਰ ਪਵਿੱਤਰ ਨੇ ਜਿਹੜੇ ਗੁਰੂ ਅਮਰਦਾਸ ਜੀ ਤੁਹਾਡੇ ਘਰ ਵੱਲ ਚੱਲ ਕੇ ਆਉਂਦੇ ਨੇ। ਕਿਉਂਕਿ ਉਸਤਤ ਗੁਰੂ ਅਮਰਦਾਸ ਜੀ ਦੀ ਹੋ ਰਹੀ ਹੈ, ਵਡਿਆਈ ਗੁਰੂ ਅਮਰਦਾਸ ਜੀ ਦੀ ਹੋ ਰਹੀ ਹੈ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ, ਅੱਜ ਵੀ ਆਪਾਂ ਕਹਿ ਸਕਦੇ ਹਾਂ, ਇਹ ਨਹੀਂ ਕਿ ਉਦੋਂ ਗੁਰੂ ਅਮਰਦਾਸ ਜੀ ਦੀ ਗੱਲ, ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ 'ਚ ਆਏ ਆ ਤੇ ਨਾਲ ਨਾਲ ਇਹ ਵੀ ਭਾਵਨਾ ਆਪਣੇ ਅੰਦਰ ਬਣਾਉਂਦੇ ਜਾਣਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲ, ਗੁਰੂ ਦੁਆਰੇ, ਗੁਰੂ ਘਰ ਵੱਲ ਚਰਨ ਕਦਮ ਜਿਹੜੇ ਚੱਲ ਕੇ ਆਉਂਦੇ ਨੇ, ਉਹ ਪੈਰ ਪਵਿੱਤਰ ਨੇ। ਉਹ ਮੁਬਾਰਕ ਹੈ ਉਹਨਾਂ ਕਦਮਾਂ ਨੂੰ ਜਿਹੜੇ ਕਦਮ ਚੱਲ ਕੇ ਗੁਰੂ ਦੇ ਘਰ ਵੱਲ ਨੂੰ ਆਉਂਦੇ ਨੇ। ਭੱਟ ਕਹਿ ਰਹੇ ਨੇ ਕਿ ਗੁਰੂ ਅਮਰਦਾਸ ਜੀ ਚਰਨ ਤਾ ਪਰ ਸਕਿਅਥ, ਸਫਲ ਨੇ ਉਹ ਪੈਰ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵੱਲ ਨੂੰ ਚੱਲ ਕੇ ਆਉਂਦੇ ਹਨ। ਹੱਥ ਤਾ ਪਰ ਸਕਿਅਥ, ਹੱਥ ਲੱਗੈ ਗੁਰ ਅਮਰ ਪਇ। ਉਹ ਹੱਥ ਵੀ ਸਫਲ ਨੇ ਜਿਹੜੇ ਹੱਥ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੇ ਚਰਨਾਂ ਨੂੰ ਆ ਕੇ ਛੂੰਹਦੇ ਨੇ, ਜਿਹੜੇ ਤੁਹਾਡੇ ਦਰ ਤੇ ਆ ਕੇ ਹੱਥ ਸੇਵਾ ਵਿੱਚ ਜੁੜਦੇ ਨੇ, ਸੇਵਾ ਵਿੱਚ ਆ ਕੇ ਹੱਥ ਜਿਹੜੇ ਨੇ ਉਹ ਲੱਗਦੇ ਨੇ। ਹੱਥ ਤਾਂ ਪਰ ਸਕਿਅਥ, ਹੱਥ ਲੱਗਹਿ ਗੁਰ ਅਮਰ ਪਏ। ਕਹਿੰਦੇ ਗੁਰੂ ਅਮਰਦਾਸ ਜੀ ਤੁਹਾਡਾ ਜੀਵਨ ਇੰਨਾ ਉੱਚਾ, ਇੰਨਾ ਮਹਾਨ ਤੁਹਾਡਾ ਜੀਵਨ ਹੈ ਕਿ ਜਿਹੜੇ ਪੈਰ ਚੱਲ ਕੇ ਤੁਹਾਡੇ ਵੱਲ ਆਏ ਉਹ ਵੀ ਸਫਲ ਹੋ ਗਏ, ਜਿਨ੍ਹਾਂ ਹੱਥਾਂ ਨੇ ਤੁਹਾਡੇ ਚਰਨਾਂ ਨੂੰ ਆ ਕੇ ਛੋਹਿਆ ਔਰ ਜਿਨ੍ਹਾਂ ਹੱਥਾਂ ਨੇ ਤੁਹਾਡੇ ਦਰ ਤੇ ਆ ਕੇ, ਦਰਬਾਰ ਵਿੱਚ ਆ ਕੇ, ਤੁਹਾਡੇ ਘਰ ਵਿੱਚ ਆ ਕੇ ਸੇਵਾ ਕੀਤੀ, ਉਹ ਹੱਥ ਵੀ ਸਫਲ ਹੁੰਦੇ ਹਨ। ਜਿਹੀ ਤਾ ਪਰ ਸਕਿਅਥ, ਜਿਹੀ ਗੁਰ ਅਮੜ ਪਨਿਜੈ। ਭੱਟ ਕਹਿ ਰਹੇ ਨੇ, ਕਹਿੰਦੇ ਉਹ ਜੀਭ, ਉਹ ਜੀਭਾ, ਉਹ ਰਸਨਾ ਵੀ ਸਫਲ ਹੈ ਜਿਸ ਰਸਨਾ ਤੋਂ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡਾ ਨਾਮ ਉਚਾਰਨ ਹੁੰਦਾ ਹੈ। ਜਿਹੜੇ ਭਾਵਨਾ ਨਾਲ ਕਹਿੰਦੇ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ, ਜਿਹੜੇ ਭਾਵਨਾ ਨਾਲ ਕਹਿੰਦੇ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ, ਕਹਿੰਦੇ ਮਹਾਰਾਜ ਜੀ ਉਹਨਾਂ ਦੀ ਜੀਭ ਵੀ ਸਫਲ ਹੈ, ਉਹਨਾਂ ਦੀ ਰਸਨਾ ਵੀ ਪਵਿੱਤਰ ਹੈ, ਜਿਸ ਰਸਨਾ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਹਾਡਾ ਨਾਮ ਉਚਾਰਨ ਹੁੰਦਾ ਹੈ। ਨੈਣ ਤਾ ਪਰ ਸਕਿਅਥ, ਨੈਣ ਗੁਰ ਅਮਰ ਪਖਿਜੈ। ਉਹ ਨੈਣ, ਨੈਣ ਦਾ ਅਰਥ ਹੈ ਨੇਤਰ, ਉਹ ਅੱਖਾਂ ਵੀ ਪਵਿੱਤਰ ਨੇ, ਅੱਖਾਂ ਵੀ ਸਫਲ ਨੇ, ਜਿਨ੍ਹਾਂ ਅੱਖਾਂ ਦੇ ਰਾਹੀਂ ਗੁਰੂ ਅਮਰਦਾਸ ਪਾਤਸ਼ਾਹ ਤੁਹਾਡੇ ਦੀਦਾਰ ਹੁੰਦੇ ਨੇ, ਤੁਹਾਡੇ ਦਰਸ਼ਨ ਹੁੰਦੇ ਨੇ, ਉਹ ਅੱਖਾਂ ਵੀ ਪਵਿੱਤਰ ਹੋ ਜਾਂਦੀਆਂ ਨੇ। ਧਿਆਨ ਰੱਖਿਓ, ਜਿਹਦੇ ਮਨ ਵਿੱਚ ਸਤਿਗੁਰੂ ਦਾ ਗਿਆਨ ਵਸ ਗਿਆ ਉਹਦਾ ਮਨ ਪਵਿੱਤਰ ਹੋ ਗਿਆ, ਤੇ ਜਿਹਦਾ ਮਨ ਪਵਿੱਤਰ ਹੋ ਗਿਆ ਉਹਦੀਆਂ ਅੱਖਾਂ ਵੀ ਪਵਿੱਤਰ ਹੋ ਜਾਣੀਆਂ, ਉਹਦੀ ਜ਼ੁਬਾਨ, ਉਹਦੇ ਕੰਨ, ਉਹਦੀ ਰਸਨਾ ਔਰ ਉਹਦੇ ਹੱਥ ਪੈਰ ਪਵਿੱਤਰ ਆਪੇ ਹੀ ਹੋ ਜਾਣੇ। ਜਿਹਦਾ ਮਨ ਮੈਲਾ ਹੈ ਤਾਂ ਉਹਦਾ ਤਨ ਵੀ ਮੈਲਾ ਹੈ, ਅੱਖਾਂ ਵਿੱਚ ਵੀ ਮਲੀਨਤਾ, ਕੰਨਾਂ 'ਚ ਵੀ ਮਲੀਨਤਾ, ਜ਼ੁਬਾਨ ਤੇ ਵੀ ਮਲੀਨਤਾ, ਔਰ ਉਹਦੇ ਹੱਥਾਂ ਪੈਰਾਂ ਨਾਲ ਕਰਮ ਵੀ ਮਲੀਨਤਾ ਵਾਲੇ ਹੀ ਹੁੰਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਆਪਾਂ ਬਾਣੀ ਪੜ੍ਹਦੇ ਹਾਂ, ਆਨੰਦ ਸਾਹਿਬ ਸੰਪੂਰਨ ਪਾਠ ਜਿਹੜੇ ਕਰਦੇ ਨੇ, ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿੱਥੇ ਸਾਨੂੰ ਸੱਚ ਦਾ ਗਿਆਨ ਉਹਦੇ ਵਿੱਚ ਕਰਵਾਇਆ, ਸਾਨੂੰ ਆਨੰਦ ਦੀ ਅਵਸਥਾ ਤੱਕ ਪਹੁੰਚਾਇਆ ਹੈ, ਉੱਥੇ ਗੁਰੂ ਸਾਹਿਬ ਨੇ ਨਾਲ ਨਾਲ ਹਲੂਣੇ ਵੀ ਦਿੱਤੇ ਨੇ। ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ।
ਤੂੰ ਹੋਰ ਹੋਰ ਰਸ ਨਿੰਦਾ ਚੁਗਲੀ ਬੁਰਿਆਈ ਵਾਲੇ ਰਸ ਰਸਨਾ ਤੂੰ ਚੱਖੀ ਜਾ ਰਹੀ ਹੈ, ਪਰ ਤੇਰੀ ਰਸਨਾ ਤੇ ਵਾਹਿਗੁਰੂ ਦਾ ਨਾਮ ਨਹੀਂ ਆਉਂਦਾ। ਇਸ ਰਸਨਾ ਤੇ ਸੱਚੇ ਨਾਮ ਦਾ ਰਸ ਨਹੀਂ ਆਉਂਦਾ। ਹੋਰ ਹੋਰ ਰਸ ਇਹਦੇ ਤੇ ਆਈ ਜਾਂਦੇ ਨੇ, ਪਰ ਤੇਰੀ ਪਿਆਸ ਨਾ ਜਾਏ। ਤੇਰੀ ਇਦਾਂ ਪਿਆਸ ਬੁਝਣੀ ਨਹੀਂ। ਤੂੰ ਜਿੰਨੀ ਬੁਰਿਆਈ ਆਪਣੀ ਰਸਨਾ ਤੋਂ ਕਰੇ, ਉਨਾ ਹੀ ਤੇਰਾ ਦਿਲ ਹੋਰ ਕਰੇਗਾ ਵੀ ਹੋਰ ਬੁਰਿਆਈ ਕਰਾਂ, ਹੋਰ ਨਿੰਦਾ ਕਰਾਂ, ਹੋਰ ਚੁਗਲੀ ਕਰਾਂ। ਇੱਕ ਵਾਰ ਝੂਠ ਦਾ ਰਸ ਜ਼ੁਬਾਨ ਤੇ ਆ ਜਾਏ ਤੇ ਝੂਠ ਮਿੱਠਾ ਲੱਗਣ ਲੱਗ ਜਾਂਦਾ ਹੈ। ਜਿਚਰ ਹਰ ਰਸ ਪੱਲੇ ਨਾ ਪਾਏ, ਜਿੰਨਾ ਚਿਰ ਹਰੀ ਦਾ ਨਾਮ ਤੇਰੇ ਪੱਲੇ ਨਹੀਂ ਪੈਂਦਾ, ਉਨਾ ਚਿਰ ਤੇਰੇ ਅੰਦਰ ਇਹ ਸਬਰ ਨਹੀਂ ਆਏਗਾ। ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਰੱਖੀ, ਕਹਿਣ ਲੱਗੇ ਤੇਰੇ ਅੰਦਰ ਇਹ ਨੇਤਰ, ਤੇਰੇ ਅੰਦਰ ਜਿਹੜੀ ਜੋਤ ਰੱਖੀ ਹੈ ਮਾਲਕ ਨੇ ਧਰੀ ਹੈ, ਉਹ ਕਾਹਦੇ ਲਈ ਹੈ? ਤੂੰ ਸੰਸਾਰ ਵਿੱਚ ਨਿਰੰਕਾਰ ਨੂੰ ਵੇਖਣਾ ਹੈ। ਇਹ ਸਰਵਣੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ, ਤੁਹਾਨੂੰ ਇਹ ਸਰਵਣੋ ਸੁਣਨ ਵਾਲਿਓ ਕੰਨ, ਕਿ ਤੁਹਾਨੂੰ ਇਸ ਲਈ ਬਣਾਇਆ ਸੀ, ਤੁਹਾਡੀ ਸਰੋਤ ਇਸ ਲਈ ਸੀ ਕਿ ਤੁਸੀਂ ਸੱਚੇ ਨਾਮ ਨੂੰ ਧਿਆਨ ਲਾ ਕੇ ਸੁਣ ਸਕੋ। ਪਰ ਉਹਨਾਂ ਧਿਆਨ ਲਾ ਕੇ ਪਰਮਾਤਮਾ ਦਾ ਨਾਮ ਨਹੀਂ ਸੁਣਿਆ ਜਾਂਦਾ ਜਿੰਨੀਆਂ ਆਸ-ਪਾਸ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਨੇ। ਹੁਣ ਪੂਰੀ ਬਾਡੀ ਨੂੰ, ਪੂਰੇ ਸਰੀਰ ਨੂੰ ਹੀ ਕਹਿ ਦਿੱਤਾ, ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ, ਕੈ ਕਰਮ ਕਮਾਇਆ ਤੁਧ ਸ਼ਰੀਰਾ, ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਇਹ ਸ਼ਰੀਰਾ ਜਿਨੇ ਤੈਨੂੰ ਜਨਮ ਦਿੱਤਾ ਸੀ, ਤੂੰ ਉਹਨੂੰ ਹੀ ਆਪਣੇ ਅੰਦਰ ਵਸਾ ਕੇ ਉਹਦੇ ਘਰ ਵੱਲ ਨੂੰ ਨਹੀਂ ਤੂੰ ਤੁਰਨਾ ਕੀਤਾ, ਤੇ ਤੂੰ ਆਪਣਾ ਸਾਰਾ ਜਨਮ ਐਵੇਂ ਹੀ ਗਵਾ ਲਿਆ। ਜਿਹੜੇ ਆਨੰਦ ਸਾਹਿਬ ਜੀ ਦੀ ਬਾਣੀ ਸੰਪੂਰਨ ਪਾਠ ਕਰਦੇ ਨੇ, ਉਹ ਰੋਜ਼ ਆਪਣੇ ਕੰਨਾਂ ਨੂੰ, ਅੱਖਾਂ ਨੂੰ, ਨੇਤਰਾਂ ਨੂੰ, ਇਸ ਜੋ ਰਸਨਾ ਨੂੰ, ਆਪਣੇ ਪੂਰੇ ਦੇ ਪੂਰੇ ਸਰੀਰ ਨੂੰ ਝੰਜੋੜਦੇ ਨੇ, ਹਲੂਣਾ ਦੇ ਕੇ ਸਮਝਾਉਂਦੇ ਨੇ ਕਿ ਇਸ ਜਗਤ ਵਿੱਚ ਆ ਕੇ ਤੂੰ ਕੀਤਾ ਤਾਂ ਕੀ ਕੀਤਾ। ਅੰਦਰੋਂ ਮੈਲਾ ਸੀ ਤੇ ਬਾਹਰੋਂ ਤੂੰ ਆਪਣੇ ਆਪ ਨੂੰ ਨਿਰਮਲ ਕਰਦਾ ਰਿਹਾ। ਅੰਦਰੋਂ ਮਲੀਨਤਾ ਨਾਲ ਭਰਿਆ ਰਿਹਾ, ਬਾਹਰੋਂ ਤੂੰ ਪਵਿੱਤਰ ਹੋ ਕੇ ਦੁਨੀਆ ਨੂੰ ਦਿਖਾਉਂਦਾ ਰਿਹਾ। ਜਦੋਂ ਇਹ ਸਾਰੀਆਂ ਗੱਲਾਂ ਸਮਝ ਆਈਆਂ ਤਾਂ ਜਾ ਕੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਆ ਦੁੱਖ ਰੋਗ ਸੰਤਾਪ ਜਿਹੜਾ ਸੀ, ਇਹਦੇ ਤੋਂ ਤਾਂ ਜਾ ਕੇ ਛੁਟਕਾਰਾ ਹੁੰਦਾ ਹੈ। ਹੁਣ ਜਿਨ੍ਹਾਂ ਨੂੰ ਸਮਝ ਆਈ, ਉਹਨਾਂ ਨੇ ਆਪਣੇ ਨੇਤਰ ਵੀ ਇਸ ਪਾਸੇ ਲਾ ਲਏ, ਉਹਨਾਂ ਨੇ ਆਪਣੇ ਕੰਨ ਵੀ ਇਸ ਪਾਸੇ ਲਾ ਲਏ, ਉਹਨਾਂ ਨੇ ਆਪਣੀ ਰਸਨਾ ਵੀ ਇਸ ਪਾਸੇ ਲਾ ਲਈ, ਉਹਨਾਂ ਨੇ ਆਪਣੇ ਹੱਥ ਪੈਰ ਵੀ ਇਸ ਪਾਸੇ ਲਾ ਕੇ ਆਪਣੇ ਤਨ ਮਨ ਕਰਕੇ ਸਫਲਤਾਵਾਂ ਹਾਸਲ ਕਰ ਲਈਆਂ। ਹੁਣ ਭੱਟ ਜੀ ਨੂੰ ਇਹ ਗੱਲ ਸਮਝ ਆ ਗਈ। ਇਸ ਲਈ ਭੱਟ ਕਹਿੰਦੇ ਨੇ ਉਹ ਚਰਨ ਜਿਹੜੇ ਨੇ ਸਫਲ ਨੇ, ਜਿਹੜੇ ਗੁਰੂ ਘਰ ਵੱਲ ਆਉਂਦੇ ਨੇ, ਔਰ ਉਹ ਜਿਹੜੇ ਹੱਥ ਸਫਲ ਨੇ, ਜਿਹੜੇ ਗੁਰੂ ਚਰਨਾਂ ਨੂੰ ਆ ਕੇ ਛੂੰਹਦੇ ਤੇ ਸੇਵਾ ਵਿੱਚ ਜੁੜਦੇ ਨੇ। ਉਹ ਜੀਭਾ ਵੀ ਸਫਲ ਹੈ, ਜਿਹੜੀ ਜੀਭਾ ਗੁਰੂ ਦਾ ਨਾਮ ਆਪਣੀ ਰਸਨਾ ਤੋਂ ਉਚਾਰਨ ਕਰਦੀ ਹੈ। ਸਕਿਆਥ ਸੋਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਕਹਿਣ ਲੱਗੇ ਉਹ ਕੰਨਾਂ ਨਾਲ ਸੁਣਨ ਵਾਲੇ ਜਿਹੜੇ ਸਰਵਣ ਨੇ, ਉਹ ਵੀ ਕਹਿੰਦੇ ਸਫਲ ਨੇ, ਜਿਹੜੇ ਗੁਰੂ ਅਮਰਦਾਸ ਜੀ ਦਾ ਨਾਮ ਆਪਣੇ ਕੰਨਾਂ ਦੇ ਨਾਲ ਸੁਣਦੇ ਨੇ। ਸਰਵਣ ਤਾਂ ਪਰ ਸਕਿਆਥ ਸਰਵਣ ਗੁਰ ਅਮਨ, ਅਮਰ ਸੁਣੀ ਜੈ। ਜਿਹੜੇ ਕੰਨਾਂ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਹਾਡਾ ਨਾਮ ਸੁਣਦੇ ਨੇ, ਉਹ ਕੰਨ ਵੀ ਜਿਹੜੇ ਨੇ ਸਫਲ ਹੋ ਜਾਂਦੇ ਨੇ। ਸਕਿਆਥ ਸੋ ਹੀਓ, ਹੀਓ ਦਾ ਅਰਥ ਹਿਰਦਾ। ਉਹ ਹਿਰਦਾ ਵੀ ਸਫਲ ਹੈ, ਉਹ ਹਿਰਦਾ ਵੀ ਪਵਿੱਤਰ ਹੈ। ਜਿਤ ਹੀਐ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਜਗਤ ਨੇ ਜਿਨ੍ਹਾਂ ਨੂੰ ਆਪਣਾ ਪਿਤਾ ਮੰਨਿਆ ਹੈ ਕਿ ਤੁਸੀਂ ਜਗਤ ਦੇ ਪਿਤਾ ਹੋ ਗੁਰੂ ਅਮਰਦਾਸ ਜੀਓ, ਜਿਨ੍ਹਾਂ ਨੇ ਤੁਹਾਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਉਹ ਹਿਰਦਾ ਵੀ ਪਵਿੱਤਰ, ਉਹ ਹਿਰਦਾ ਵੀ ਸਫਲ ਹੋ ਜਾਂਦਾ ਹੈ। ਸਕਿਆਥ ਸੋ ਸਿਰ ਜਾਲਪ ਪਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਹੁਣ ਇੱਥੇ ਧਿਆਨ ਰੱਖਿਓ, ਭੱਟ ਦਾ ਨਾਮ ਆਇਆ ਭੱਟ ਜਾਲਪ।
ਇਹਦਾ ਮਤਲਬ ਪਹਿਲੇ ਜਿਹੜੇ ਸਵਈਏ ਆਪਾਂ ਸਰਵਣ ਕੀਤੇ ਨੇ 9 ਤੱਕ, ਉਹ ਸਵਈਏ ਭੱਟ ਕੱਲ ਜੀ ਦੇ ਉਚਾਰਨ ਕੀਤੇ ਹੋਏ ਨੇ। ਜਿਹੜਾ ਅਗਲਾ ਸਵਈਆ ਤੁਸੀਂ ਸਰਵਣ ਕੀਤਾ ਹੈ ਕਿ ਚਰਨ ਤਾਂ ਪਰ ਸਕੀਅਥ ਚਰਨ ਗੁਰ ਅਮਰ ਪਵਲ ਰਹੇ, ਆਹ ਜਿਹੜਾ ਸਵਈਆ ਇਹ ਭੱਟ ਜਾਲਪ ਜੀ ਦਾ ਉਚਾਰਨ ਕੀਤਾ ਹੋਇਆ ਹੈ। ਭੱਟ ਜਾਲਪ ਜੀ ਕਹਿ ਰਹੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਜੀਓ, ਜਿੱਥੇ ਕੰਨ ਔਰ ਜਿੱਥੇ ਇਹ ਜੀਭ, ਜਿੱਥੇ ਹਿਰਦਾ, ਜਿੱਥੇ ਚਰਨ ਸਫਲ ਹੋ ਜਾਂਦੇ ਨੇ, ਸਕੀਅਤ ਸੋ ਸਿਰ, ਆ ਜਿਹੜਾ ਸਾਡਾ ਸਿਰ ਹੈ ਇਹ ਵੀ ਕਹਿੰਦੇ ਸਫਲ ਹੋ ਜਾਂਦਾ ਹੈ, ਇਹ ਵੀ ਪਵਿੱਤਰ ਹੋ ਜਾਂਦਾ ਹੈ। ਜਾਲਪ ਭਣੈ, ਭੱਟ ਜਾਲਪ ਜੀ ਕਹਿ ਰਹੇ ਨੇ ਜੋ ਸਿਰ ਨਿਵੈ ਗੁਰ ਅਮਰ ਨਿਤ, ਜਿਹੜਾ ਨਿਤ ਗੁਰੂ ਅਮਰਦਾਸ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਆ ਕੇ ਸਿਰ ਨਿਵਦਾ ਹੈ, ਜਿਹੜੇ ਨਿਤ ਆ ਕੇ ਤੁਹਾਡੇ ਚਰਨਾਂ ਵਿੱਚ ਸਿਰ ਨਵਾਉਂਦੇ ਨੇ, ਉਹ ਸਿਰ ਵੀ ਸਫਲ ਹੋ ਜਾਂਦਾ ਹੈ, ਉਹ ਸਿਰ ਵੀ ਪਵਿੱਤਰ ਹੋ ਜਾਂਦਾ ਹੈ। ਭਾਵ ਉਹਦੇ ਦਿਮਾਗ ਵਿੱਚ ਮਾਇਆਵੀ ਪ੍ਰਭਾਵ, 3 ਗੁਣਾਂ ਦਾ ਪ੍ਰਭਾਵ ਪੈਂਦਾ ਹੀ ਨਹੀਂ, ਜਿਹੜਾ ਸੀਸ ਤੁਹਾਡੇ ਕਦਮਾਂ ਵਿੱਚ ਆ ਕੇ ਝੁਕ ਜਾਂਦਾ ਹੈ। ਇਹ ਭੱਟ ਜਾਲਪ ਜੀ ਨੇ ਇਹ ਸਵਈਆ ਉਚਾਰਨ ਕੀਤਾ। ਤੇ ਜਦੋਂ ਤੁਸੀਂ ਆਪ ਪੜ੍ਹੋਗੇ ਨਾ ਬਾਣੀ, ਗੁਰੂ ਸਾਹਿਬ ਨੇ ਜਿਹੜਾ ਜੋੜ ਮਗਰ ਲਾਇਆ ਉਹ ਬਾ ਕਮਾਲ ਹੈ, ਕੋਈ ਉਹਦੇ ਵਿੱਚ ਵਾਦ ਘਾਟ ਕਰ ਹੀ ਨਹੀਂ ਸਕਦਾ। ਜਦੋਂ ਤੁਸੀਂ ਇਹ 10ਵਾਂ ਸਵਈਆ ਪੜ੍ਹੋਗੇ ਭੱਟ ਜਾਲਪ ਦਾ, ਤੇ ਗੁਰੂ ਸਾਹਿਬ ਨੇ ਏਕਾ ਪਾ ਕੇ ਫਿਰ ਅੱਗੇ 10 ਪਾਇਆ। ਇਸ ਤੋਂ ਪਹਿਲਾਂ ਤੁਸੀਂ ਪੜ੍ਹੋਗੇ ਤਾਂ ਲੜੀਵਾਰ ਚੱਲਦਾ ਆ ਰਿਹਾ, 1 2 3 4 5 6 9 ਤੱਕ ਇਸੇ ਤਰ੍ਹਾਂ ਹੀ ਚੱਲਦਾ ਆਇਆ, ਪਰ ਇੱਥੇ ਗੁਰੂ ਸਾਹਿਬ ਨੇ ਏਕਾ ਪਾ ਕੇ ਫਿਰ ਅੱਗੇ 10 ਲਿਖਿਆ ਵੀ 10ਵਾਂ ਸਵਈਆ ਹੈ। ਪਰ ਏਕਾ ਦਾ ਮਤਲਬ ਹੈ ਕਿ ਇਹ ਪਹਿਲਾ ਸਵਈਆ ਜਿਹੜਾ ਭੱਟ ਜਾਲਪ ਜੀ ਨੇ ਉਚਾਰਨ ਕੀਤਾ ਹੈ। ਕੋਈ ਭੁਲੇਖਾ ਪੈ ਹੀ ਨਹੀਂ ਸਕਦਾ, ਕੋਈ ਭਰਮ ਇਹਦੇ ਵਿੱਚ ਪੈ ਹੀ ਨਹੀਂ ਸਕਦਾ। ਗੱਲ ਬਿਲਕੁਲ ਕਲੀਅਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਇਹ ਰਾਮਸਰ ਦੇ ਅਸਥਾਨ ਤੇ ਸਾਰੀ ਬਾਣੀ ਲਿਖਵਾਈ, ਤੇ ਗੁਰੂ ਸਾਹਿਬ ਨੇ ਜੋੜ ਜਮਾਂ ਦਾ ਬੜਾ ਧਿਆਨ ਰੱਖਿਆ ਤਾਂ ਕਿ ਇਹਦੇ ਵਿੱਚ ਕੋਈ ਰਲਾ ਨਾ ਕਰ ਸਕੇ। ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ, ਜਿਹੜੇ ਸਮਰੱਥ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਆਪਣੇ ਹੱਥ ਵੀ ਪਵਿੱਤਰ ਕਰਦੇ ਨੇ, ਆਪਣਾ ਸੀਸ ਵੀ ਪਵਿੱਤਰ ਕਰਦੇ ਨੇ, ਆਪਣੀ ਜ਼ੁਬਾਨ ਆਪਣੀ ਰਸਨਾ ਨੂੰ ਵੀ ਪਵਿੱਤਰ ਕਰਦੇ, ਆਪਣੇ ਨੇਤਰਾਂ ਨੂੰ ਵੀ ਪਵਿੱਤਰ ਕਰਦੇ, ਆਪਣੇ ਪੈਰਾਂ ਨੂੰ ਵੀ ਸਫਲ ਕਰਦੇ ਨੇ। ਉਹ ਫਿਰ ਆ ਕੇ ਖੁਸ਼ੀ ਨਾਲ ਭਾਵਨਾ ਨਾਲ ਕਹਿੰਦੇ ਨੇ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨ ਬਤਾਇਆ, ਭੂਲੇ ਮਾਰਗ ਜਿਨ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਇਸੇ ਤਰ੍ਹਾਂ ਪਿਆਰ ਭਾਵਨਾ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ 'ਚ ਆਪ ਵੀ ਜੁੜੀਏ, ਹੋਰਾਂ ਨੂੰ ਵੀ ਜੋੜਨ ਦਾ ਯਤਨ ਕਰੀਏ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਜੋ ਭੱਟ ਜਾਲਪ ਜੀ ਪਾਵਨ ਬਚਨ ਉਚਾਰਨ ਕਰਦੇ ਨੇ ਗੁਰੂ ਸਾਹਿਬ ਦੀ ਉਸਤਤ ਵਿੱਚ, ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਸਕਿਆਥ ਸੋਹਿਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਸਕਿਆਥ ਸੋ ਸਿਰ ਜਾਲਪ ਭਣੈ,
ਜੋ ਸਿਰ ਨਿਵੈ ਗੁਰ ਅਮਰ ਨਿਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।